ਚਾਰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਵਿਸ਼ੇਸ਼ ਦੀਵਾਰ ਰੱਖੇ ਗਏ ਨੇ ਇੱਥੇ ਬਹਿ ਤੇ ਜਾ 24 25 ਤਰੀਕ ਅਤੇ 26 ਤਰੀਕ ਇੱਥੇ, ਨੂੰ ਹਾਂ ਇੱਥੇ ਬਹਿ। ਜੋ ਰੋਜ਼ਾਨਾ ਹੀ ਦੀਵਾਨ ਸਜਾਏ ਜਾਣਗੇ ਇਹ ਸ਼ਾਮ ਠੀਕ ਦੇ, ਹੈ, ਇਹ ਬਾਕੀ ਜਿਨ੍ਹਾਂ ਦਾ ਪੜਾ ਕਰ ਸਮਾਂ ਠੀਕ ਹੈ। 6:15 ਤੋਂ 9 ਵਜੇ ਤੱਕ ਦਾ ਹੋਵੇਗਾ। ਸੋ ਆਪ ਜੀ ਨੇ ਵੱਧ ਤੋਂ ਵੱਧ ਇਹਨਾਂ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰਨੀਆਂ, ਜਿਸ ਵਿੱਚ ਕਥਾ ਵਾਚਕ ਅਤੇ ਕੀਰਤਨੀ ਸਿੰਘ ਹਾਜ਼ਰੀਆਂ ਭਰ ਰਹੇ ਨੇ। ਸੋ ਆਓ ਹੁਣ ਆਪ ਜੀ ਸਤਿਕਾਰਯੋਗ ਭਾਈ ਸਾਹਿਬ ਜੀ ਨੂੰ ਪਾਸੋਂ ਗੁਰ ਸ਼ਕਤੀ ਵਿਚਾਰ ਗੁਰ ਇਤਿਹਾਸ ਰਾਹੀਂ ਆਪ ਜੀ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸਤਿਗੁਰ ਮੇਰਾ ਬੇਮੋਤਾਜ, ਸਤਿਗੁਰ ਮੇਰਾ ਸੱਚਾ ਸਾਜ, ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ, ਗੁਰ ਜੈਸਾ ਨਾਹੀ ਕਉ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਠੀਕਰ ਫੂਰ ਦਹਲੀਸ ਸਿਰ, ਪ੍ਰਭੁਪੁਰ ਕੀਆ ਪਿਆਨ, ਤੇਗ ਬਹਾਦਰ ਸੀਕ੍ਰਿਆ, ਕਰੀ ਨਾ ਕਿਨਹੂ ਆਨ, ਤੇਗ ਬਹਾਦਰ ਕੇ ਚਲਤ, ਭਇਓ ਜਗਤ ਕਉ ਸੋਕ, ਹੈ ਸਭ ਜਗ ਪਇਓ, ਜੈ 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 ਸੁਰਲੋਕ, ਹੈ ਸਭ ਜਗ ਪਇਓ, ਜੈ 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 ਸੁਰਲੋਕ। ਹਾਜ਼ਰ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ, ਚਵਰ ਸ਼ਕਰ ਤਖਤ ਦੇ ਮਾਲਕ, ਰੂਹਾਨੀਅਤ ਦੇ ਭੰਡਾਰ, ਬਰਦੋ ਆਲਮ ਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਤੇਗ ਬਹਾਦਰ ਸੀਕ੍ਰਿਆ ਕਰੀ ਨਾ ਕਿਨਹੂ ਆਨ। ਥੋੜੀ ਜੀ ਈਕੋ ਘਟਾ ਦਿਓ। ਤੇਗ ਬਹਾਦਰ ਸੀਕ੍ਰਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਕੀਤਾ, ਧਰਤੀ ਤੋਂ ਆਰੰਭ ਦੀ ਜੇ ਗੱਲ ਕਰੀਏ ਤੇ ਧਰਤੀ ਦੇ ਅੰਤ ਤੱਕ ਦੀ ਵਿਚਾਰ ਕਰੀਏ, ਨਾ ਇਹ ਕਾਰਾ ਅੱਜ ਤੋਂ ਪਹਿਲਾਂ ਹੋਇਆ ਤੇ ਨਾ ਗੁਰੂ ਜਾਂ ਗੁਰੂ ਦੇ ਸਿੱਖ ਤੋਂ ਬਿਨਾਂ ਇਹ ਕਾਰਾ ਦੁਬਾਰਾ ਕੋਈ ਕਰ ਸਕੇ। ਤੇਗ ਬਹਾਦਰ ਸੀਕ੍ਰਿਆ ਕਰੀ ਨਾ ਕਿਨਹੂ ਆਨ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਕੀ? ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪ ਸ਼ਹੀਦੀ ਦਿਹਾੜਾ ਮਨਾ ਰਹੇ ਹੋ। ਇਹ ਬਚਨ ਹੈ ਤਿਲਕ ਜੰਜੂ ਰਾਖਾ ਪ੍ਰਭ, ਤਾਕਾ ਦਾ ਮਤਲਬ ਉਹਨਾਂ ਦਾ ਜਿਹੜੇ ਪਾਉਂਦੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਹੀਂ। ਤਾਕਾ ਦਾ ਮਤਲਬ ਜਿਨ੍ਹਾਂ ਦਾ ਵਿਸ਼ਵਾਸ ਹੈ, ਸਿਦਕ ਹੈ, ਧਰਮ ਹੈ। ਕੀਨੋ ਬਡੋ ਕਲੂ ਮਹਿ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀਨਾ ਉਚਰੀ। ਇਸ ਤੋਂ ਪਹਿਲਾਂ ਸ਼ਹਾਦਤਾਂ ਬੜੀਆਂ ਹੋਈਆਂ। ਸ਼ਹੀਦ ਲਫ਼ਜ਼ ਜਿਹੜਾ ਆਇਆ ਉਹ ਇਸਲਾਮ ਧਰਮ ਤੋਂ ਆਇਆ, ਔਰ ਮੁਹੰਮਦ ਸਾਹਿਬ ਦੇ ਪੋਤਰਿਆਂ ਦੀ ਸ਼ਹਾਦਤ ਜਾਂ ਮੁਹੰਮਦ ਸਾਹਿਬ ਦੇ ਦੰਦ ਦਾ ਸ਼ਹੀਦ ਹੋਣਾ, ਕਰਬਲਾ ਦੇ ਮੈਦਾਨ ਦੇ ਸ਼ਹੀਦਾਂ ਦਾ ਜ਼ਿਕਰ ਆਉਂਦਾ ਹੈ।
ਪਰ ਜਿਹੜੀ ਸ਼ਹਾਦਤ ਧੰਨ ਗੁਰੂ ਅਰਜਨ ਸਾਹਿਬ ਨੇ ਦਿੱਤੀ ਉਹ ਸ਼ਹਾਦਤ ਪਹਿਲਾਂ ਨਹੀਂ ਸੀ। ਤੇ ਫਿਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੋਂ ਬਾਅਦ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪੋਤੇ ਨੇ। ਤੇ ਜਿਹੜੀ ਸ਼ਹਾਦਤ ਦਾ ਪੈਮਾਨਾ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪੋਤੇ ਨੇ ਬਣਾਇਆ, ਉਸ ਪੈਮਾਨੇ ਦੇ ਸਿਖਰ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਿਆਂ ਨੇ ਫਿਰ ਸ਼ਹਾਦਤ ਦਿੱਤੀ। ਦੇਖੋ ਕੈਸੀ ਖੇਡ ਵਰਤੀ ਹੈ। ਜਹਾਂਗੀਰ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ। ਧੰਨ ਗੁਰੂ ਅਰਜਨ ਸਾਹਿਬ ਜੀ ਜਿਸ ਵੇਲੇ ਸ਼ਹੀਦੀ ਦਾ ਜਾਮ ਪੀ ਰਹੇ ਨੇ, ਉਸ ਵੇਲੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਇਹ ਸਵਾਲ ਰੱਖਿਆ ਗਿਆ ਕਿ ਤੁਹਾਨੂੰ ਸ਼ਹਾਦਤ ਦੇਣ ਦੀ ਲੋੜ ਨਹੀਂ ਹੈ, ਜੇ ਈਨ ਕਬੂਲ ਕਰ ਲਓ ਤੇ ਤੁਸੀਂ ਬਚ ਜਾਓਗੇ, ਤੁਹਾਡੀ ਪੂਜਾ ਮਾਨਤਾ ਬਣਦੀ ਰਹੇਗੀ, ਬਸ ਈਨ ਕਬੂਲ ਕਰ ਲਓ। ਔਰ ਕਚਹਿਰੀ ਦੇ ਵਿੱਚ ਜਹਾਂਗੀਰ ਦੀ ਇਹ ਸਵਾਲ ਹੋਇਆ, ਜਿਹੜਾ ਸਵਾਲ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਗਿਆ ਸੀ। ਉਹ ਸਵਾਲ ਸੀ, ਪੂਛਨ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨੋਈ, ਬਾਬਾ ਆਖੇ ਹਾਜੀਆ ਸ਼ੁਭ ਅਮਲਾ ਬਾਜੋਂ। ਇਹ ਸਵਾਲ ਪੁੱਛਿਆ ਗਿਆ ਗੁਰੂ ਅਰਜਨ ਸਾਹਿਬ ਜੀ ਨੂੰ ਕਿ ਹਿੰਦੂ ਵੱਡਾ ਹੈ ਜਾਂ ਇਸਲਾਮ। ਤੇ ਗੁਰੂ ਅਰਜਨ ਸਾਹਿਬ ਜੀ ਨੇ ਜਿਹੜਾ ਸ਼ਬਦ ਉਚਾਰਿਆ ਸੀ, ਇਤਿਹਾਸ ਕਹਿੰਦਾ ਲਾਹੌਰ ਦੀ ਕੋਤਵਾਲੀ 'ਚ ਮਹਾਰਾਜ ਕਹਿੰਦੇ, ਕੋਈ ਬੋਲੇ ਰਾਮ ਰਾਮ ਧੰਨ ਗੁਰੂ ਅਰਜਨ ਸਾਹਿਬ ਜੀ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਨਹਾਵੈ ਤੀਰਥ, ਕੋਈ ਹਜ ਜਾਏ, ਕੋਈ ਕਰੈ ਪੂਜਾ, ਕੋਈ ਸਿਰ ਨਿਵਾਏ। ਬਸ ਮੁੱਕਦੀ ਗੱਲ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਤ ਜਾਤਾ। ਰੱਬ ਦਾ ਹੁਕਮ ਕੀ ਆ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੱਸ ਰਹੀ ਹੈ। ਇਹੀ ਸਵਾਲ ਜਹਾਂਗੀਰ ਦੇ ਪੋਤੇ ਔਰੰਗਜ਼ੇਬ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੋਂ ਪੁੱਛਿਆ ਕਿ ਹਿੰਦੂ ਵੱਡਾ ਹੈ ਜਾਂ ਮੁਸਲਮਾਨ, ਜਾਂ ਸਿੱਖ ਧਰਮ ਦੇ ਬਾਨੀ ਹੋਣ ਦੇ ਨਾਤੇ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਵਾਰਿਸ ਹੋਣ ਦੇ ਨਾਤੇ ਹਜੇ ਵੀ ਤੁਹਾਡੇ ਕੋਲ ਸਮਾਂ ਕਿ ਤੁਸੀਂ ਆਪਣੀ ਜਾਨ ਬਚਾ ਸਕਦੇ ਹੋ। ਜਾਨ ਸਭ ਤੋਂ ਕੀਮਤੀ ਹੈ। ਇੱਕ ਕੰਮ ਕਰੋ, ਈਨ ਕਬੂਲ ਕਰ ਲਓ, ਤੁਹਾਨੂੰ ਮਾਫ ਕਰ ਦਿੱਤਾ ਜਾਏਗਾ। ਤੇ ਗੁਰੂ ਤੇਗ ਬਹਾਦਰ ਸਾਹਿਬ ਸਾਹਮਣੇ ਵੀ 3 ਸ਼ਰਤਾਂ ਰੱਖੀਆਂ ਗਈਆਂ, ਜਿਹਨੂੰ ਉਰਦੂ ਦਾ ਵਿਦਵਾਨ ਜਾਂ ਫਾਰਸੀ ਦੇ ਵਿਦਵਾਨ ਕਹਿੰਦੇ 3 ਕਾਫ, 3 ਕਾਫ, ਕੱਕੇ। ਕਾਫ ਨੂੰ ਉਰਦੂ ਦੇ ਵਿੱਚ ਕੱਕੇ ਨੂੰ ਕਾਫ ਕਹਿੰਦੇ ਆ। ਪਹਿਲਾ ਕਾਫ ਹੈ ਕਤਲ, ਦੂਸਰਾ ਕਾਫ ਹੈ ਈਨ ਕਲਮਾ ਪੜ੍ਹਨੀਆਂ, ਤੇ ਤੀਸਰਾ ਕਾਫ ਹੈ ਕਰਾਮਾਤ। ਇਹ ਗੁਰੂ ਤੇਗ ਬਹਾਦਰ ਸਾਹਿਬ ਲਈ ਸਭ ਤੋਂ ਪਹਿਲਾਂ ਪਰ ਪੁੱਛਿਆ ਤੇ ਇਹ ਗਿਆ, ਜਾਂ ਕਰਾਮਾਤ ਦਿਖਾਓ ਜਾਂ ਕਲਮਾ ਪੜੋ, ਭਾਵ ਇਹਦਾ ਮਤਲਬ ਈਨ ਕਬੂਲ ਕਰੋ, ਨਹੀਂ ਤਾਂ ਫਿਰ ਕਤਲ ਦੀ ਤਿਆਰੀ ਕਰੋ, ਮਰੋ, ਫਿਰ ਕਤਲ ਹੋਏਗਾ। ਤੇ ਇਹ ਜਿਹੜਾ ਬਚਨ ਗੁਰੂ ਅਰਜਨ ਸਾਹਿਬ ਦਾਦੇ ਨੇ ਆਖਿਆ ਸੀ ਕਿ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ। ਕਿ ਔਰੰਗਜ਼ੇਬ ਤੂੰ ਵੀ ਖੁਦਾ ਦਾ ਭੇਤ ਨਹੀਂ ਜਾਣਿਆ, ਮੁਸਲਮਾਨ ਬਣ ਕੇ ਕੋਈ ਖੁਦਾ ਦਾ ਭੇਤ ਨਹੀਂ ਜਾਣ ਸਕੇਗਾ ਜੇ ਹੁਕਮ ਨਹੀਂ ਮੰਨਿਆ, ਤੇ ਹਿੰਦੂ ਬਣ ਕੇ ਵੀ ਕੋਈ ਭੇਤ ਨਹੀਂ ਸਮਝ ਸਕਦਾ ਜੇ ਰੱਬ ਦਾ ਹੁਕਮ ਨਹੀਂ ਸਮਝਿਆ। ਤੇ ਫਿਰ ਮੁੱਕਦੀ ਗੱਲ ਇੱਥੇ ਸਤਿਗੁਰੂ ਜੀ ਨੇ ਇਹ ਵੀ ਕਹਿਤਾ ਕਿ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ ਵਿਛੜ, ਤੇ ਸਿੱਖ ਵੀ ਸਿੱਖ ਨਹੀਂ ਜਿੰਨਾ ਚਿਰ ਤੱਕ ਹੁਕਮ ਨਾ ਮੰਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਉਹਨਾਂ ਚਿਰ ਤੱਕ ਨਹੀਂ ਸਮਝ ਸਕਦੇ ਜਿੰਨਾ ਚਿਰ ਤੱਕ ਜਪ ਦੀ ਪਹਿਲੀ ਪੌੜੀ ਨਹੀਂ ਅਸੀਂ ਸਮਝਾਂਗੇ। ਉਹ ਪੌੜੀ ਹੈ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਤੇ ਸਾਰੇ ਜਪੋ ਅਗਲਾ ਪਦਾ, ਹੁਕਮ ਆ ਹੈ ਸਿੱਖੀ ਦਾ ਸਿਖਰ। ਹੁਕਮ ਵਰਤ ਰਿਹਾ ਤੇ ਹੁਕਮ ਤੇ ਰਜ਼ਾ 'ਚ ਫਰਕ ਕੀ ਹੈ? ਫਿਰ ਹੁਕਮ ਦਾ ਮਤਲਬ ਵੀ ਹੁਕਮ ਡਿਵਾਈਨ ਆਰਡਰ ਅੰਗਰੇਜ਼ੀ 'ਚ, ਤੇ ਰਜ਼ਾ ਨੂੰ ਵੀ ਫਾਰਸੀ 'ਚ ਡਿਵਾਈਨ ਆਰਡਰ ਕਿਹਾ ਗਿਆ। ਗੱਲ ਤੇ ਇੱਕੋ ਹੀ ਹੋਈ ਆ। ਫਿਰ ਗੁਰੂ ਨਾਨਕ ਸਾਹਿਬ ਨੇ 2 ਵਾਰੀ ਕਿਉਂ ਲਿਖਿਆ ਕਿ ਹੁਕਮ ਹੁਕਮ ਮੰਨੋ? ਨਹੀਂ, ਹੁਕਮ ਤੇ ਰਜ਼ਾ ਦਾ ਬਹੁਤ ਭੇਤ ਹੈ। ਹੁਕਮ ਉਹਦਾ ਵਰਤਣਾ ਹੈ, ਵਰਤੇਗਾ, ਵਰਤਦਾ ਰਹੇਗਾ। ਕੋਈ ਮੰਨੇ ਜਾਂ ਨਾ ਮੰਨੇ, ਅੱਜ ਅਸੀਂ ਨਹੀਂ ਮੰਨਿਆ,
ਕੱਲ ਨੂੰ ਉਹਦਾ ਹੁਕਮ ਮੰਨਣਾ ਪਏਗਾ, ਭਾਈ ਡੱਡ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਨੇ ਉਹਦੇ ਹੁਕਮ ਨੂੰ ਅੱਜ ਮੰਨ ਲਿਆ ਉਹ ਸਿੱਖ ਹੈ। ਜਿਨੇ ਖੜੇ ਪੈਰ ਉਹਦੇ ਹੁਕਮ ਨੂੰ ਮੰਨ ਲਿਆ, ਸਿਰ ਮੱਥੇ ਪ੍ਰਵਾਨ ਕਰ ਲਿਆ, ਇਹਨੂੰ ਹੀ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਕਿਹਾ ਸੀ, ਸਭ ਤੋਂ ਪਹਿਲੀ ਜਪ ਬਾਣੀ ਹੈ ਹੁਕਮ ਰਜ਼ਾਈ। ਇਹ ਰਜਾਈ ਸਰਦੀ ਚ ਲੈਣ ਵਾਲੀ ਨਹੀਂ, ਰਜ਼ਾ ਹੈ। ਰਜ਼ਾ ਦਾ ਮਤਲਬ ਹੈ ਖਿੜੇ ਮੱਥੇ ਰੱਬ ਦੇ ਹੁਕਮ ਨੂੰ ਮੰਨ ਲੈਣਾ, ਰਜ਼ਾ ਕਿਹਾ ਗਿਆ। ਉਹਦਾ ਹੁਕਮ ਵਰਤ ਰਿਹਾ, ਖਿੜੇ ਮੱਥੇ ਰਜ਼ਾਈ ਹੈ। ਹੁਕਮ ਰਜ਼ਾਈ ਚੱਲਣਾ, ਮੰਨ ਕੇ ਤੁਰਨਾ। ਨਾਨਕ ਫਿਰ ਉਹ ਮਰਨ ਤੋਂ ਬਾਅਦ ਵੀ ਨਾਲ ਹੈ। ਉਹਦੇ ਲੇਖ ਜਿਉਂਦੇ ਜੀ ਲਿਖੇ ਨੇ ਨਾਲ, ਪਰ ਉਹਦੇ ਲੇਖ ਫਿਰ ਮਰਨ ਤੋਂ ਬਾਅਦ ਵੀ ਚੱਲਣਗੇ। ਇੱਥੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਆਰੰਭ ਹੁੰਦਾ ਹੈ, ਹੁਕਮ ਤੇ ਹੁਕਮ ਤੋਂ ਬਾਹਰ ਇੱਕ ਵੀ ਕਦਮ ਨਹੀਂ। ਸਤਿਗੁਰੂ ਜੀ ਮਿਹਰ ਕਰਨ, ਆਪ ਬਖਸ਼ੋ ਅਸੀਸ। ਜਿਨੇ ਆਪ ਗੁਰ ਦਰਬਾਰ ਵਿੱਚ ਮੌਜੂਦ ਹੋ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਇਸਤਕਬਾਲ ਕਰ ਰਹੇ ਹੋ। ਅੱਜ ਗੁਰੂ ਤੇਗ ਬਹਾਦਰ ਸਾਹਿਬ ਕਿੱਥੇ ਨਹੀਂ ਗਏ, ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ। ਇਹ ਮਨ ਦੇ ਵਿੱਚ ਇਹ ਨਾ ਰੱਖੋ ਕਿ ਨਹੀਂ ਜੀ ਨਹੀਂ, ਜੀਵਤ ਜਿਹੜੇ ਹੈਗੇ ਉਹਨਾਂ ਦੇ ਪਿੱਛੇ ਤੁਰਨਾ ਸੌਖਾ ਹੈ। ਇਹ ਸਾਡੀ ਮੱਤ ਪਤਾ ਨਹੀਂ ਕਿਉਂ ਨਹੀਂ ਮੰਨਦੀ। ਜੀਵਤ ਤੇ ਆ ਬੈਠਾ ਹੈ, ਆ ਗੁਰੂ ਤੇਗ ਬਹਾਦਰ ਸਾਹਿਬ ਹੀ ਬੈਠੇ ਨੇ ਤੁਹਾਡੇ ਸਨਮੁਖ। ਕਰੋ ਸਿਜਦਾ ਗੁਰੂ ਗ੍ਰੰਥ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ, ਮਨੋਬਿਰਤੀਆਂ ਇਕਾਗਰ ਕਰੋ, ਹੱਥਾਂ ਨੂੰ ਜੋੜੋ, ਅੱਖਾਂ ਬੰਦ ਕਰੋ, ਸਿਰ ਝੁਕਾਓ ਤੇ ਗੱਜ ਵੱਜ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕਰਦੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਖਬਰ ਮਿਲਦੀ ਹੈ ਦਰਬਾਰ ਸਾਹਿਬ ਦੀ ਪਾਵਨ ਧਰਤੀ ਤੇ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੀ ਆਮਦ ਹੀ ਕਿੰਨੀ ਪਵਿੱਤਰ ਹੈ। ਗੁਰੂ ਰਾਮਦਾਸ ਜੀ ਨੇ ਜਿਹੜੀ ਧਰਤੀ ਆਪਣੇ ਘਰ ਬਣਾਉਣ ਵਾਸਤੇ ਨੀਅਤ ਕੀਤੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਥਾਂ ਤੇ, ਉਸ ਥਾਂ ਦਾ ਨਾਮ ਹੈ ਗੁਰੂ ਕਾ ਮਹਿਲ। ਗੁਰੂ ਕੇ ਮਹਿਲ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਆਮਦ ਹੈ ਮਾਤਾ ਨਾਨਕੀ ਦੀ ਕੁੱਖੋਂ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਖਬਰ ਕਿੱਥੇ ਮਿਲਦੀ ਹੈ? ਧੰਨ ਗੁਰੂ ਰਾਮਦਾਸ ਜੀ ਦੇ ਬਣਾਏ ਹੋਏ ਪਾਵਨ ਥਾਂ ਤੇ ਮਹਾਰਾਜ ਜੀ ਦੀ ਆਮਦ ਹੋ ਰਹੀ ਹੈ ਗੁਰੂ ਕੇ ਮਹਿਲ। ਅੰਮ੍ਰਿਤ ਵੇਲੇ, ਅੰਮ੍ਰਿਤ ਵੇਲੇ ਦਾ ਸਮਾਂ ਪਉ ਫੁਟਾਲੇ ਤੋਂ ਪਹਿਲਾਂ, ਤੇ ਗੁਰੂ ਹਰਗੋਬਿੰਦ ਸਾਹਿਬ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਨੇਮ ਨਿਭਾਉਂਦੇ ਨੇ। ਨੇਮ ਨਿਭਦਾ ਤੇ ਕਾਸਦ ਆ ਕੇ, ਸੇਵਾਦਾਰ ਆ ਕੇ ਗੱਲ ਦੱਸਦਾ ਕਿ ਗੁਰੂ ਸਾਹਿਬ ਵਧਾਈ ਤੇ ਖੁਸ਼ੀ ਦੀ ਗੱਲ ਹੈ। ਕਿਉਂ? ਘਰ ਦੇ ਵਿੱਚ ਪੁੱਤਰ ਦੀ ਆਮਦ ਹੋਈ ਹੈ। ਤੇ ਬਾਣੀ ਦੇ ਵਿੱਚ ਵਧਾਈਆਂ ਦਾ ਜ਼ਿਕਰ ਤੁਸੀਂ ਪੜੋਗੇ ਨਾ, ਅਸੀਂ ਪੁੱਤਰ ਧੀ ਜਨਮ ਜਾਂ ਵਿਆਹ ਸ਼ਾਦੀਆਂ ਦੇ ਵਿੱਚ ਜਾਂ ਨਵੇਂ ਕਾਰਜਾਂ ਨੂੰ ਘਰ ਲਿਆਂ ਵਧਾਈਆਂ ਦਿੰਦੇ ਨੇ ਇੱਕ ਦੂਸਰੇ ਨੂੰ। ਗੁਰਮੁਖਾਂ ਦੀ ਵਧਾਈਆਂ ਕੀ ਨੇ ਇਹ ਸੁਣੋ। ਗੁਰੂ ਰਾਮਦਾਸ ਜੀ ਕਹਿੰਦੇ ਗੁਰਸਿੱਖਾਂ ਮਨ ਵਧਾਈਆਂ ਜਿਨੀ ਮੇਰਾ ਸਤਿਗੁਰ ਡਿਠਾ ਰਾਮ ਰਾਜੇ। ਉਹ ਗੁਰੂ ਤੇਗ ਬਹਾਦਰ ਸਾਹਿਬ ਕੋਈ ਆਮ ਇਸ ਧਰਤੀ ਤੇ ਮਨੁੱਖ ਦੀ ਦੇਹ ਤੇ ਲੈ ਕੇ ਆਏ ਨੇ, ਪਰ ਜੋਤ ਉਹਨਾਂ ਦੇ ਅੰਦਰ ਵੱਡੀ ਵਰਤਣੀ। ਇਹ ਵਧਾਈ ਹੈ। ਪਰ ਗੁਰੂ ਅਮਰਦਾਸ ਜੀ ਵੀ ਵਧਾਈ ਸਿੱਖਾਂ ਨੂੰ ਦਿੰਦੇ ਆ ਕਿ ਸਿੱਖੋ ਤੁਹਾਡੇ ਜੀਵਨ ਦੀ ਵਧਾਈ ਉਨਾ ਚਿਰ ਤੱਕ ਨਹੀਂ ਹੈ ਜਿੰਨਾ ਚਿਰ ਤੱਕ ਤੁਹਾਨੂੰ ਸਤਿਗੁਰ ਦੇ ਦੀਦਾਰ ਨਾ ਹੋਣ। ਪੜੋ ਸਾਰੇ, ਆਨੰਦ ਭਿਆ ਸਤਿਗੁਰੂ ਮੈਂ ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆਂ। ਇਹ ਵਾਧਾ ਹੈ। ਵਧਾਈ ਦਾ ਮਤਲਬ ਵਾਧਾ ਹੋਣਾ, ਇੱਕ ਕਦਮ ਅੱਗੇ ਨੂੰ ਤੁਰਨਾ। ਤੇ ਗੁਰੂ ਕਾ ਸਿੱਖ ਉਹ ਹੈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹੜਾ ਇੱਕ ਇੱਕ ਕਦਮ ਗੁਰੂ ਵੱਲ ਤੁਰ ਰਿਹਾ। ਜੇ ਨਹੀਂ ਤੁਰ ਰਹੇ ਤੇ ਫਿਰ ਜ਼ਿੰਦਗੀ 'ਚ ਘਾਟਾ ਹੈ, ਫਿਰ ਵਾਧਾ ਨਹੀਂ ਹੈ। ਵਧਾਈ ਦਾ ਮਤਲਬ ਖੁਸ਼ੀ ਨਾਲ ਨਹੀਂ, ਵਧਾਈ ਦਾ ਮਤਲਬ ਸਭ ਤੋਂ ਪਹਿਲਾਂ ਕੋਸ਼ਗਤ ਅਰਥ ਹੈ ਵਾਧਾ ਹੋ ਰਿਹਾ ਤੁਹਾਡੇ ਜੀਵਨ ਵਿੱਚ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵਾਧਾ ਪਤਾ ਕਦ ਹੈ? ਕਰਨੋ ਹੁਤੋ ਸੋ ਨਾ ਕੀਓ। ਇਹ ਵਾਧਾ ਨਹੀਂ ਹੈ। ਇੱਥੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤਾ ਕਰੀਏ ਕਿ ਸਿੱਖ ਤੂੰ ਦੁਨੀਆ ਦੇ ਵਿੱਚ ਜਿੰਨਾ ਮਰਜ਼ੀ ਪਸਾਰਾ ਬਣਾ ਲੈ, ਇਹ ਵਾਧਾ ਇੱਕ ਦਿਨ ਇੱਥੇ ਹੀ ਰਹਿ ਜਾਣਾ ਸਾਰਾ, ਸਭ ਇੱਥੇ ਤੇ ਤੂੰ ਤੁਰ ਜਾਣਾ ਖਾਲੀ ਹੱਥ। ਆ ਅਸਲੀ ਵਾਧੇ ਦੀ, ਅਸਲੀ ਵਧਾਈ ਦੀ ਗੱਲ ਕਰੀਏ। ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ ਅਬ ਕਿਉਂ।
ਤੇ ਰੋਂਦਾ ਬੰਦਾ ਉਸ ਦਿਨ ਹੈ ਜਿਸ ਦਿਨ ਘਾਟਾ ਹੁੰਦਾ ਹੈ। ਤੇ ਮਹਾਰਾਜ ਕਹਿੰਦੇ ਇਹ ਰੋਣਾ ਹੈ ਉਹਨਾਂ ਚਿਰ ਤੱਕ। ਦੇਖੋ ਸਿਖਰ ਹੈ ਸ਼ਹੀਦੀ, ਪਰ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦੀ ਗੱਲ ਕਹਿੰਦੇ, ਕਹਿੰਦੇ ਰੋਣਾ ਨਹੀਂ, ਕਹਿੰਦੇ ਸ਼ਹੀਦੀ ਕੋਈ ਸੋਗ ਨਹੀਂ ਹੈ। ਗੁਰਮਤ ਵਿੱਚ ਸ਼ਹੀਦੀ ਸ਼ਹਾਦਤ ਵੀ ਵੱਧ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦੀਦਾਰ ਕੀਤੇ ਗੁਰੂ ਹਰਗੋਬਿੰਦ ਸਾਹਿਬ ਨੇ ਸਿਰਫ ਇਤਿਹਾਸ ਦੇ ਕੁਝ ਦਰਸ਼ਨ ਟਿਊਕ ਮਤ। ਇਤਿਹਾਸ ਇਹ ਦੱਸਦਾ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਵਾਰ ਜਿਸ ਵੇਲੇ ਗੋਦ 'ਚ ਲਿਆ ਨਾ, ਹੱਥਾਂ 'ਚ ਗੁਰੂ ਤੇਗ ਬਹਾਦਰ ਸਾਹਿਬ ਪੁੱਤਰ ਨੂੰ, ਤੇ ਪਹਿਲਾ ਜਿਸ ਵੇਲੇ ਦੋਨਾਂ ਦਾ ਆਪਸ ਦੇ ਵਿੱਚ ਰੂਬਰੂ ਹੋਣਾ ਹੋਇਆ, ਗੁਰੂ ਹਰਗੋਬਿੰਦ ਸਾਹਿਬ ਨੇ ਸੀਸ ਝੁਕਾਇਆ। ਕਿਉਂ? ਪੁੱਛਿਆ ਕਿ ਇਸ ਘਰ ਦੇ ਵਿੱਚ ਬਾਬਾ ਗੁਰਦਿੱਤਾ, ਅਣੀ ਰਾਏ, ਸੂਰਜਮਲ, ਬਾਬਾ ਅਟਲ, ਇਹ 4 ਪੁੱਤਰ ਨੇ, ਕਦੀ ਸੀਸ ਨਹੀਂ ਝੁਕਿਆ। 4 ਪੁੱਤਰ ਪਹਿਲਾਂ ਵੀ ਜੰਮੇ, ਅੱਜ ਗੁਰੂ ਸਾਹਿਬ ਸਹਿਜ ਸੁਭਾਏ ਕਿਉਂ ਝੁਕਿਆ ਸਰੀਰ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਬਚਨ ਕੀਤਾ ਸੀ, ਇੱਕੋ ਹੀ ਬਚਨ ਸੀ ਕਿ ਇਹ ਪੁੱਤਰ ਅਜਰ ਨੂੰ ਜਰਨ ਵਾਲਾ ਹੈ। ਬੜਾ ਵੱਡਾ ਬਚਨ ਹੈ। ਇਹ ਪੁੱਤਰ ਅਜਰ ਨੂੰ ਜਰਨ ਵਾਲਾ ਹੈ। ਔਰ ਇਸ ਅਜਰ ਦੇ ਜਰਨ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਸਾਹਿਬ ਕਰਦੇ ਆ ਕਿ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨਹੂ ਆਨ। ਦੇਖੋ ਕੜੀ ਜੋੜਿਓ ਤੁਸੀਂ, ਇਹ ਕਿੱਥੇ ਵੀ ਕੜੀ ਟੁੱਟੇਗੀ ਨਹੀਂ। ਜੋ ਬਚਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਸਾਹਿਬ ਨੇ ਕੀਤਾ, ਉਹ 9ਵੇਂ ਜਾਮੇ ਵਿੱਚ ਵੀ ਸੱਚ ਹੋਇਆ ਹੈ। ਸ਼ਲੋਕ ਵਾਰਾਂ ਤੇ ਵਧੇਕ ਵਿੱਚ ਗੁਰੂ ਨਾਨਕ ਸਾਹਿਬ ਦਾ ਬਚਨ ਸਭ ਨੂੰ ਚੇਤੇ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਢਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ। ਭਾਵੇਂ ਸਤਿਗੁਰ ਜੀ ਸਦਾ ਹੀ ਸਹਿਜ ਸਮਾਧ, ਵਿਰਾਗ, ਆਨੰਦ ਤੇ ਪ੍ਰੇਮ ਦੀ ਮੂਰਤ ਰਹੇ ਨੇ, ਪਰ ਇਹ ਯਾਦ ਰੱਖਿਓ 12 ਸਾਲ ਦੀ ਉਮਰ 'ਚ ਗੁਰੂ ਸਾਹਿਬ ਜੀ ਦਾ ਵਿਆਹ ਹੁੰਦਾ ਹੈ ਗੁਜਰੀ ਜੀ ਦੇ ਨਾਲ। ਵਿਆਹ ਤੋਂ ਬਾਅਦ 2 ਸਾਲਾਂ ਬਾਅਦ ਸਤਿਗੁਰ ਜੀ ਨੇ ਜੰਗ ਵੀ ਲੜੀ ਹੈ। ਪੈਂਦੇ ਖਾਂ ਕਾਲੇ ਖਾਂ ਦੀ ਫੌਜਾਂ ਦੇ ਆਹੂ ਵੀ ਕੱਢੇ ਨੇ ਸਤਿਗੁਰ ਜੀ ਨੇ। ਜੰਗੇ ਮੈਦਾਨ ਦੇ ਵਿੱਚ ਭਾਜੜਾਂ ਵੀ ਪਵਾਈਆਂ ਨੇ। ਇਸ ਕਰਕੇ ਤੇਗ ਬਹਾਦਰ ਸਾਹਿਬ ਦਾ ਜੋ ਜਿੱਥੋਂ ਜਿੱਥੋਂ ਜੀਵਨ ਦੇਖੋਗੇ, ਆ ਤੁਕ ਚੇਤੇ ਕਰ ਲਿਓ, ਤੇਗ ਬਹਾਦਰ ਸੀ ਕਰਿਆ ਕਰੀ ਨਾ। 4 ਪੁੱਤਰ ਨੇ ਦਰਬਾਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਆਉਂਦੇ ਨੇ ਤੇ ਆਪਣਾ ਆਨੰਦ ਬੈਠੇ ਗੱਲਾਂ ਬਾਤਾਂ ਕਰਦੇ, ਪੂਰਾ ਗੁਰੂ ਪੁੱਤਰ ਹੋਣ ਦਾ ਮਾਣ ਹਾਸਲ ਕਰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਆਉਂਦੇ, ਕਦੀ ਉਹਨਾਂ ਦੀਆਂ ਅੱਖਾਂ ਉੱਚੀਆਂ ਨਹੀਂ ਹੋਈਆਂ ਗੁਰੂ ਦਰਬਾਰ ਦੇ ਵਿੱਚ। ਸਿੱਖ ਪੁੱਛਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਬਾਕੀ ਪੁੱਤਰ ਵੀ ਨੇ, ਪਰ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਕਦੀਆਂ ਅੱਖਾਂ ਉੱਚੀਆਂ ਨਹੀਂ ਵੇਖੀਆਂ ਤੁਹਾਡੇ ਸਨਮੁਖ। ਪੁੱਛਿਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਤੋਂ, ਤੇ ਗੁਰੂ ਤੇਗ ਬਹਾਦਰ ਸਾਹਿਬ ਬਾਲਕ ਜੀ ਨੇ ਕਿਹਾ ਕਿ ਜਿਹਨੂੰ ਸਾਰੇ ਅਵਗੁਣ ਪਤਾ ਹੋਣ ਨਾ, ਸਾਹਮਣੇ ਬੈਠੇ ਵਾਲੇ ਨੂੰ ਅੰਦਰ ਦਾ ਪਤਾ ਹੋਏ, ਉਹਦੇ ਸਾਹਮਣੇ ਅੱਖਾਂ ਉੱਚੀਆਂ ਹੋ ਹੀ ਨਹੀਂ ਸਕਦੀਆਂ। ਤੇਗ ਬਹਾਦਰ ਸੀ ਕਰਿਆ ਕਰੀ ਨਾ। ਇਹ ਗੁਰੂ ਤੇਗ ਬਹਾਦਰ ਸਾਹਿਬ ਸਿਖਾ ਰਹੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੱਜ ਇਹ ਸਾਡੇ ਵਿੱਚ ਘਾਟ ਰਹਿ ਗਈ ਹੈ ਕਿ ਅਸੀਂ ਸਰੀਰਾਂ ਨੂੰ ਗੁਰੂ ਬਣਾਉਣ ਵਾਸਤੇ ਭੱਜੇ ਫਿਰਦੇ ਹਾਂ ਕੱਚਿਆਂ ਨੂੰ, ਪਰ ਸਾਡੀ ਮੱਤ ਇਹ ਕਦੀ ਮੰਨੀ ਨਹੀਂ ਕਿ ਜਾਗਤ ਸਾਡੇ ਕੋਲ ਗੁਰੂ ਸਾਹਿਬ ਮੌਜੂਦ ਨੇ ਭਾਈ। ਬੋਲਣ ਵਾਲੇ, ਗੱਲ ਕਰਨ ਵਾਲੇ। ਗੁਰੂ ਅਰਜਨ ਸਾਹਿਬ ਕਹਿੰਦੇ, ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਏ ਸਹਿਜ ਸੁਭਾਏ, ਪੀਊ ਦਾਦੇ ਕਾ ਖੋਲ। ਜੇ ਰੁਮਾਲਿਆਂ ਦੇ ਵਿੱਚ ਦਰਸ਼ਨ ਕਰਕੇ ਘਰ ਚਲਾ ਜਾਏਗਾ ਤੇ ਫਿਰ ਵਾਦਾ ਨਹੀਂ ਹੈ। ਮੱਥਾ ਟੇਕ, ਰੁਮਾਲਾ ਚੱਕ ਤੇ ਦਰਸ਼ਨ ਕਰ, ਤੇ ਦਰਸ਼ਨ ਤਾਂ ਹੋਣਗੇ ਜੇ ਗੱਲ ਕਰੇਗਾ ਆਪਣੇ ਗੁਰੂ ਦੇ ਨਾਲ। ਤੇ ਉਸ ਦਿਨ ਗੱਲ ਹੋਏਗੀ ਜਿਸ ਦਿਨ ਸ਼ਬਦ ਪੜਨਾ ਸ਼ੁਰੂ ਕਰੇਗਾ ਗੁਰੂ ਕਾ ਸਿੱਖ ਪੋਥੀ। ਇਹਨੂੰ ਕਿਹਾ ਪੀਊ ਦਾਦੇ ਕਾ ਖੋਲ, ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ। ਤੇ ਇਹਦੀ ਕੀਮਤ ਨਹੀਂ ਦਿੱਤੀ ਜਾ ਸਕਦੀ। ਰਤਨ ਲਾਲ ਜਾਕਾ ਕਛੂ ਨਾ ਮੂਲ, ਭਰੇ ਭੰਡਾਰ। ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠ ਕੇ ਇਸ ਸੱਚ ਨੂੰ ਪ੍ਰਗਟ ਕਰਦੇ ਆ। ਸੁਣ ਲਿਓ ਇਸ ਗੱਲ ਨੂੰ ਦਿਲ ਤੇ ਹੱਥ ਰੱਖ ਕੇ। ਜਹਾਂਗੀਰ ਨੇ ਕਿਹਾ ਸੀ, ਇਹ ਜਿਹੜਾ ਤੁਸੀਂ ਗ੍ਰੰਥ ਬਣਾਇਆ ਇਹਦੇ ਵਿੱਚ ਮੁਹੰਮਦ ਸਾਹਿਬ ਦੀ ਉਸਤਤ ਪਾਓ, ਮੁਹੰਮਦ ਸਾਹਿਬ ਤੋਂ ਬਾਅਦ ਸਾਡੀਆਂ ਉਸਤਤ ਪਾਓ, ਜਹਾਂਗੀਰ ਦੀ ਉਸਤਤ ਲਿਖੋ ਇਹਦੇ ਵਿੱਚ। ਤੇ ਗੁਰੂ ਅਰਜਨ ਸਾਹਿਬ ਕਹਿੰਦੇ, ਮੂੰਹ ਚੱਕ ਆਪਣਾ ਤੇ ਕਿਸੇ ਹੋਰ ਪਾਸੇ ਜਾ ਕੇ ਹੁਕਮ ਚਲਾਈ। ਇੱਥੇ ਕਰਤਾਰ ਦੀ ਰਜ਼ਾ ਵਰਤਣੀ ਹੈ। ਇੱਥੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਈ ਸੀ ਸੱਚ ਕੀ ਵੇਲਾ। ਇੱਥੇ ਦਾਅਵੇ ਨਾਲ ਲਿਖਿਆ, ਮਿੱਟੀ ਮੁਸਲਮਾਨ ਕੀ ਪੇੜੇ ਪਈ। ਇਹਦੀ ਕੀਮਤ ਕੀ ਦਿੱਤੀ ਗੁਰੂ ਅਰਜਨ ਸਾਹਿਬ ਨੇ? ਤੱਤੀ ਤਵੀ ਦਿੱਤੀ ਭਾਈ। ਛਾਲਿਆਂ ਨਾਲ ਤਨ ਭਰਿਆ ਸੀ, ਇਸ ਕਰਕੇ ਰਤਨ ਲਾਲ ਜਾਕਾ। ਇਹ ਸਮਝੇ ਨਹੀਂ।
ਮਿੰਟ ਲੱਗਦਾ ਹੈ ਵਹੀਰਾਂ ਕੱਤ ਕੇ ਕਿਸੇ ਪਿੱਛੇ ਤੁਰਨ ਨੂੰ। ਪਰ ਘੜੀ ਬੈਠ ਕੇ ਦੇਖੀਏ, ਦਾਦਾ ਗੁਰੂ ਅਰਜਨ ਸਾਹਿਬ ਇਸ ਖਜ਼ਾਨੇ ਨੂੰ ਪ੍ਰਗਟ ਕਰਨ ਵਾਸਤੇ ਆਪਣੇ ਤਨ ਨੂੰ ਸਾਰਾ ਛੱਲੋ ਛਾਲੀ ਕਰਾ ਦਿੱਤਾ, ਗਰਮ ਰੇਤਾ ਸਿਰ 'ਚ ਪਵਾ ਲਿਆ, ਇਸ ਖਜ਼ਾਨੇ ਨੂੰ ਪ੍ਰਗਟ ਕਰਨ ਲੱਗਿਆ। ਵੀ ਸਭ ਤੋਂ ਵੱਡਾ ਕਾਰਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਜੋ ਮਰਜ਼ੀ ਕਹੀਏ, ਸਭ ਤੋਂ ਵੱਡਾ ਕਾਰਨ ਪੋਥੀ ਪਰਮੇਸ਼ਰ ਕਾ ਥਾਨ ਸੀ। ਕਿ ਇਹ ਕੀ ਬਣਾਤਾ। ਜਹਾਂਗੀਰ ਕਹਿੰਦਾ ਕਿ ਪਹਿਲਾਂ ਤੇ ਬਹੁਤ ਸਾਰੇ ਪਏ ਨੇ, ਇੱਥੇ ਕੁਰਾਨ ਹੈ ਸਾਡੇ ਕੋਲ, ਇੱਥੇ ਸਾਡੇ ਕੋਲ ਤੁਰਾ ਗ੍ਰੰਥ ਪਿਆ, ਇੱਥੇ ਕਿੰਨੇ ਗ੍ਰੰਥ, ਅੰਜੀਲ ਪਈ ਹੈ, ਤੁਰਾ ਹੈ, ਕੀ ਲੋੜ ਪਈ। ਇਹੀ ਤੇ ਕਿਹਾ ਸੀ, ਚੰਦੂ ਵੀ ਤੇ ਇਹੀ ਕਹਿੰਦਾ ਸੀ ਕਿ ਸਾਡੇ ਕੋਲ ਤੇ ਵੇਦਾਂ ਸ਼ਾਸਤਰਾਂ ਦੇ ਭੰਡਾਰ ਪਏ ਨੇ, ਕੀ ਲੋੜ ਹੈ। ਪਰ ਸੱਚ ਦੀ ਗੱਲ ਇਹ ਹੈ ਕਿ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਖਜ਼ਾਨੇ ਵਿੱਚ, ਮਹਾਰਾਜ ਜੀ ਦੇ ਸ਼ਬਦ ਦੇ ਖਜ਼ਾਨੇ ਵਿੱਚ ਇੱਕ ਵੀ ਗੱਲ ਕੋਈ ਡਰਾਵੇ ਵਾਲੀ, ਝੂਠ ਵਾਲੀ, ਕਿਸੇ ਦੀ ਝੂਠੀ ਉਸਤਤ ਜਾਂ ਕਿਸੇ ਸ਼ਖਸੀ ਪ੍ਰਭਾਵ ਦੇ ਥੱਲੇ ਆ ਕੇ ਨਹੀਂ ਉਚਾਰੀ ਗਈ। ਇਹਦੇ ਵਿੱਚ ਜੋ ਆਖਿਆ ਗਿਆ, ਜੈਸੀ ਮੈਂ ਆਵੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਦਾ ਮੋਲ ਨਹੀਂ ਦੇ ਸਕਦਾ ਸਿੱਖ। ਇਹ ਮੋਲ ਨਹੀਂ ਦਿੱਤਾ ਜਾ ਸਕਦਾ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟ। ਅੱਜ ਭਾਵੇਂ ਦੁਨੀਆ ਕਿਰਤ ਘਣ ਹੋ ਗਈ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਅਸੀਂ ਵਿਸਰੀ ਬੈਠੇ ਹਾਂ। ਇਸ ਧਰਤੀ ਦੇ ਲੋਕਾਂ ਦੇ ਉੱਤੇ ਜਿਹੜਾ ਕਰਮ ਗੁਰੂ ਤੇਗ ਬਹਾਦਰ ਸਾਹਿਬ ਕਰ ਗਏ, ਉਹ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ। ਆ ਪੜੋ ਬਚਨ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮਹਿ ਸਾਕਾ, ਸਾਧਨ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ ਜਿਨ ਕੀਆ। ਤਿੰਨ ਬਚਨ ਇਤਿਹਾਸਕਾਰ ਲਿਖਦੇ ਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇੱਕ ਧਰਮ ਦੀ ਆਜ਼ਾਦੀ ਦੇ ਲਈ ਸੀ, ਦੂਸਰੀ ਮਨੁੱਖ ਨੂੰ ਖੁੱਲੀ ਹਵਾ ਦੇ ਵਿੱਚ ਸਾਹ ਲੈਣ ਦੀ ਆਜ਼ਾਦੀ, ਤੇ ਤੀਸਰਾ ਇਸ ਮਨੁੱਖੀ ਸਮਾਜ ਨੂੰ ਖੁੱਲ ਕੇ ਕਿਸੇ ਵੀ ਰੱਬ, ਕਿਸੇ ਵੀ ਅਕੀਦਤ ਤੇ ਵਿਸ਼ਵਾਸ ਰੱਖਣ ਦੀ ਆਜ਼ਾਦੀ। ਇਹ ਤਿੰਨ ਬਚਨ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ। ਅੱਜ ਕੱਲੇ ਅਸੀਂ ਕਹੀਏ ਕਿ ਤਿਲਕ ਜੰਜੂ ਵਾਲੇ ਇਸ ਧਰਤੀ ਤੇ ਜਿੰਨੇ ਵੀ ਨੇ, ਭਾਵੇਂ ਉਹ ਪਾਰਸੀ ਨੇ, ਭਾਵੇਂ ਜ਼ੋਰਸਟਰੀਜ਼ਮ ਮੰਨਣ ਵਾਲੇ, ਭਾਵੇਂ ਕੋਈ ਵੀ ਨੇ, ਇਸ ਧਰਤੀ ਤੇ ਜੇ ਕੋਈ ਅੱਜ ਖੁੱਲੀ ਸਾਹ ਲੈ ਰਿਹਾ ਧਰਮ ਦੇ ਨਾਮ ਤੇ, ਉਹ ਗੁਰੂ ਤੇਗ ਬਹਾਦਰ ਸਾਹਿਬ ਕਰਕੇ ਰਹਿ ਰਿਹਾ। ਇਹ ਸਭ ਤੋਂ ਵੱਡਾ ਕਾਰਜ ਹੈ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਰਣ ਨਾ ਦਿਆ। ਸਿਰੜ ਕਹਿੰਦੇ ਹੈ ਸਿਦਕ, ਵਿਸ਼ਵਾਸ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਾਤਾ ਜੀ ਨੇ ਕਿਹਾ ਕਿ 14 ਸਾਲ ਦੀ ਉਮਰ ਹੈ, ਪੁੱਤਰ ਨੂੰ ਸਾਰਾ ਦਿਨ ਹੋ ਗਿਆ ਸਵੇਰ ਤੋਂ ਜੰਗ ਲੜਦਿਆਂ ਹੋਇਆਂ ਕਰਤਾਰਪੁਰ ਦੀ, ਕਹਿੰਦੇ ਬੁਲਾ ਕੇ ਲਿਆਓ ਵਾਪਸ, ਇਹ ਉਮਰ ਨਹੀਂ ਜੰਗਾਂ ਲੜਨ ਦੀਆਂ। ਤੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਿਸ ਵੇਲੇ ਸੇਵਕ ਆਇਆ, ਕਹਿੰਦਾ ਮਾਤਾ ਜੀ ਬੁਲਾ ਰਹੇ ਜੰਗੇ ਮੈਦਾਨ 'ਚ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਿਉਂ? ਕਹਿੰਦੇ ਜੀ ਉਮਰ ਨਹੀਂ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਰਨ ਤੇ ਜੀਵਨ ਦੀ ਉਮਰ ਕੋਈ ਉਸ ਰੱਬ ਦੇ ਹੱਥ ਹੈ। ਮਰਨ ਦੀ ਉਮਰ ਬੰਦਾ ਇਹ ਕਹਿ ਨਹੀਂ ਸਕਦਾ ਕਦ ਆਏ। ਇੱਥੇ ਤੇ ਉਸ ਰੱਬ ਦਾ ਹੁਕਮ ਪੜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਕਿ ਜੈਸੇ ਕਿਰਸਾਨ ਬੂਵੈ ਕਿਰਸਾਨੀ, ਕਾਚੀ ਪਾਕੀ ਬਾੜ ਪ੍ਰਾਣੀ, ਜੋ ਜਨਮੈ ਸੋ ਜਾਨੋ ਮੂਆ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਇਹ ਚੇਤੇ ਕਰੋ, ਚੇਤਨਾ ਹੈ ਤੋ ਜਪੋ ਜਪੋ, ਚੇਤਨਾ ਹੈ ਤੋ ਨਿਸ ਦਿਨ ਮੈਂ ਹੈ ਪ੍ਰਾਣੀ, ਛਿਨ ਛਿਨ ਔਦ ਬਿਹਾਦ ਹੈ ਫੂਟੇ ਘਟ ਜਿਉ। ਜਿਸ ਭਾਂਡੇ 'ਚ 100 ਲੀਟਰ ਤੇਲ ਵੀ, 1000 ਲੀਟਰ ਵੀ ਹੋਏ ਨਾ, ਛੇਕ ਹੋ ਜਾਏ ਭਾਂਡੇ 'ਚ, ਇਹ ਪਤਾ ਹੈ ਕਿ ਸਾਰਾ ਨਿਕਲ ਜਾਏਗਾ ਤੇਲ, ਸਾਰਾ ਪਦਾਰਥ ਵਹਿ ਜਾਏਗਾ। ਉਹ ਤੇ ਬਾਅਦ 'ਚ ਦੇਰੀ ਲਾ ਕੇ ਵਹੇਗਾ। ਜਿਸ ਦਿਨ ਸਾਡਾ ਜਨਮ ਹੋ ਗਿਆ ਨਾ ਇਸ ਧਰਤੀ ਤੇ, ਉਸੇ ਦਿਨ ਇਸ ਭਾਂਡੇ 'ਚ ਛੇਦ ਹੋ ਗਿਆ, ਸਵਾਸਾਂ ਰਾਹੀਂ ਇਹਦਾ ਸਰਮਾਇਆ ਮੁੱਕਦਾ ਜਾ ਰਿਹਾ। ਭਈ ਇਹਨੇ ਤੇ ਮੁੱਕ ਜਾਣਾ। ਛਿਨ ਛਿਨ ਔਦ ਬਿਹਾਦ ਹੈ ਫੂਟੇ ਘਟ ਜਿਉ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਾਤਾ ਜੀ ਨੂੰ ਕਹਿ ਦਿਓ, ਦੋ ਹੀ ਰੂਪ 'ਚ ਜੰਗ ਤੋਂ ਸੂਰਮਾ ਵਾਪਸ ਆਂਦਾ, ਜਾਂ ਜੰਗ ਜਿੱਤ ਕੇ ਜਾਂ ਫਿਰ ਸ਼ਹੀਦੀ ਦਾ ਜਾਮ ਪੀ ਕੇ। ਆਹ ਸਤਿਗੁਰੂ ਜੀ 14 ਸਾਲ ਦੀ ਉਮਰ ਦੇ ਵਿੱਚ ਬਚਨ ਕਰਦੇ। ਸਮਾਂ ਬਤੀਤ ਹੋਇਆ ਪਿਤਾ ਜੀ ਦੇ ਨਾਲ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਵਸਣਾ ਪਿਆ। ਕੀਰਤਪੁਰ ਸਾਹਿਬ ਦੀ ਧਰਤੀ ਤੇ ਵਸੇ ਨੇ। ਥੋੜਾ ਚਿਰ ਟਿਕਣ ਤੋਂ ਬਾਅਦ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ 5 ਭੂਤਕ ਸਰੀਰ ਪ੍ਰਭਪੁਰ ਪਿਆਨਾ ਕਰਨ ਤੋਂ ਪਹਿਲਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਤੁਸੀਂ ਬਾਬੇ ਬਕਾਲੇ ਟਿਕੋ। 3 ਵਸਤੂਆਂ ਦਿੱਤੀਆਂ ਨੇ। ਪਹਿਲੀ ਦਿੱਤੀ ਹੈ ਜੀ ਪੋਥੀ, ਦੂਸਰੀ ਦਿੱਤੀ ਕਟਾਰ ਤੇ ਤੀਸਰਾ ਰੁਮਾਲ।
ਉਹ ਜਿਹੜੀ ਪੋਥੀ ਦਿੱਤੇ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨੂੰ, ਉਹੀ ਪੋਥੀ ਸਤਿਗੁਰੂ ਜੀ ਦੇ 59 ਸ਼ਬਦ ਤੇ 57 ਸ਼ਲੋਕਾਂ ਦੇ ਰੂਪ ਵਿੱਚ ਪ੍ਰਗਟ ਹੋਈ ਹੈ। ਜਿਹੜੀ ਕਟਾਰ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤੀ, ਉਹੀ ਕਟਾਰ ਮੈਂ ਵੀ ਤੇਗ ਹਾਂ ਕੱਢ ਲੈ ਤੇਗ, ਤੂੰ ਵੀ ਪਰਖ ਲੈ ਇੱਕ ਨਹੀਂ ਲੱਖਾਂ ਤੇਗਾਂ, ਉਹੀ ਤੇਗ ਬਹਾਦਰ ਦੇ ਰੂਪ ਦੇ ਵਿੱਚ। ਤੇ ਜਿਹੜਾ ਰੁਮਾਲ ਦਿੱਤਾ, ਉਹੀ ਰੁਮਾਲ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪਹਿ ਢਾਕੀ ਚਾਦਰ। ਉਹ ਸ੍ਰਿਸ਼ਟੀ ਦੇ ਉੱਤੇ ਧਰਮ ਨੂੰ ਬਚਾਉਣ ਵਾਸਤੇ ਉਹੀ ਰੁਮਾਲ ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸ ਕਹਿੰਦਾ ਚੱਦਰ ਬਣੀ। ਬਕਾਲੇ ਦੀ ਧਰਤੀ ਤੇ ਟਿਕੇ। ਸਬਰ ਦੇਖੋ ਕਿੰਨਾ, ਵਿਆਹ ਦੇ 33 ਸਾਲ ਬਾਅਦ ਘਰ ਦੇ ਵਿੱਚ ਔਲਾਦ ਹੋਈ ਹੈ, ਪਰ ਕਦੀ ਉਲਾਮਾ ਨਹੀਂ ਹੈ। 33 ਸਾਲ ਦਾ ਸਬਰ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤ ਗੁਜਰੀ ਜੀ ਦਾ। ਤੇ 33 ਸਾਲ ਬਾਅਦ ਇਤਿਹਾਸ ਇਹ ਦੱਸਦਾ, ਉਸ ਵੇਲੇ ਜਿਸ ਵੇਲੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬਕਾਲੇ ਦੀ ਧਰਤੀ ਬੈਠੇ, ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਤੋਂ, ਇੱਥੋਂ ਕਹਿੰਦੇ ਬਾਬਾ ਵਸੈ ਗ੍ਰਾਮ ਬਕਾਲੇ, ਤੇ ਉਸ ਵੇਲੇ ਭਾਈ ਗੁਰਦਿੱਤਾ ਜੀ ਜਿਹੜੇ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਦੇ, ਉਹ ਤਿਲਕ ਲੈ ਕੇ ਚਲੇ ਗਏ ਸੀ। ਭਾਈ ਉਦੈ, ਭਾਈ ਗੁਰਦਿੱਤਾ, ਇਹ ਤਿਲਕ ਦਾ ਸਾਰੀ ਸਮੱਗਰੀ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਦੀ ਰਸਮ ਪੂਰੀ ਕਰਦੇ। ਪਰ ਗੁਰੂ ਤੇਗ ਬਹਾਦਰ ਸਾਹਿਬ ਬਕਾਲੇ ਦੀ ਧਰਤੀ ਕਹਿੰਦੇ ਹੈ ਹਜੇ ਪ੍ਰਗਟ ਹੋਣ ਦਾ ਸਮਾਂ ਨਹੀਂ ਆਇਆ। ਗੁਰੂ ਪ੍ਰਗਟ ਹੋਇਆ, ਸਤਿਗੁਰੂ ਨਾਨਕ ਗੁਰੂ ਦਾ ਪ੍ਰਗਟ ਹੋਣਾ ਲਿਖਿਆ, ਪ੍ਰਗਟ ਹੋਣਾ ਤੇ ਪ੍ਰਗਟ ਕੋਈ ਨਹੀਂ ਕਰ ਸਕਦਾ, ਕਰਤਾਰ ਹੀ ਪ੍ਰਗਟ ਕਰਦਾ ਗੁਰੂ ਨੂੰ। ਇੱਕ ਗੁਰੂ ਪ੍ਰਗਟ ਹੋਇਆ ਤੇ ਦੂਸਰਾ ਕੌਣ ਪ੍ਰਗਟ ਹੋਇਆ? ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ, ਖਾਲਸਾ ਵੀ ਪ੍ਰਗਟ ਹੋਇਆ। ਤੇ ਪ੍ਰਗਟੀ ਚੀਜ਼ ਨੂੰ ਕੋਈ ਖਤਮ ਨਹੀਂ ਕਰ ਸਕਦਾ, ਭਾਵੇਂ ਦੁਨੀਆ ਸਾਰੀ ਆ ਜੇ ਖਤਮ ਕਰਨ ਵਾਸਤੇ। ਕਿਉਂ ਜਿਹੜਾ ਪ੍ਰਗਟ, ਕਿਉਂਕਿ ਪ੍ਰਗਟ ਜਿਹੜੀ ਚੀਜ਼ ਹੈ ਨਾ, ਉਹ ਕਰਤਾਰੀ ਰੰਗ ਦੇ ਵਿੱਚ ਹੈ, ਵਾਹਿਗੁਰੂ ਜੀ ਦੇ ਰੰਗ ਵਿੱਚ ਹੈ। ਤੇ ਵਾਹਿਗੁਰੂ ਦੀ ਤਾਕਤ ਨੂੰ ਕੌਣ ਖਤਮ ਕਰ ਸਕਦਾ? ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨੰਦ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਬਣ ਗਏ ਨੇ, ਪਰ 22 ਮੰਜੀਆਂ ਪਹਿਲਾਂ ਵਿਚ ਗਈਆਂ ਸੁਣ ਕੇ। ਤੇ ਇਤਿਹਾਸ ਦੀ ਘਟਨਾ ਗੁਰੂ ਕੇ ਸਿੱਖੋ ਸਦਾ ਯਾਦ ਰੱਖਿਓ। ਮੱਖਣ ਸ਼ਾਹ ਲੁਬਾਣੇ ਵਾਲੀ, ਉਸ ਵੇਲੇ ਉਹ ਕੋਈ ਗਰੀਬ ਬੰਦਾ ਨਹੀਂ ਹੈ, ਬੇੜੇ ਚੱਲਦੇ ਨੇ ਉਹਦੇ 500 ਤੇ ਗੱਡੇ ਉਹਦੇ ਚੱਲਦੇ ਨੇ। ਮੱਧ ਪ੍ਰਦੇਸ਼ ਦੇ ਵਿੱਚ ਮੱਖਣ ਸ਼ਾਹ ਦੇ ਨਾਮ ਦੇ ਤਲਾਬ ਅੱਜ ਵੀ ਬੋਲਦੇ ਨੇ, ਅੱਜ ਵੀ ਸਰਕਾਰੀ ਲਿਖਤਾਂ ਦੇ ਵਿੱਚ ਉਹ ਖੂਹ ਬਣੇ ਪਏ ਨੇ, ਜਿਨ੍ਹਾਂ ਖੂਹਾਂ ਦਾ ਨਾਮ ਵੀ ਮੱਖਣ ਸ਼ਾਹ ਦੇ ਨਾਮ ਤੇ ਬੋਲਦਾ। ਕਿਉਂ? ਕਹਿੰਦੇ ਜਿੱਥੇ ਜਾਂਦਾ ਸੀ ਲਾਮ ਲਸ਼ਕਰ ਨਾਲ, ਆਪਣੇ ਫੌਜਾਂ ਵਾਸਤੇ ਪਾਣੀ ਵਾਸਤੇ ਖੂਹ ਵੀ ਆਪ ਪੱਟ ਦਿੰਦਾ ਸੀ। ਆਪਣੇ ਤਲਾਅ ਉਹਨੇ ਬਣਾਏ, ਗੱਡੇ ਜਿਹਦੇ ਚਲਦੇ, ਜਿਹਦੇ ਪਾਣੀ ਦੇ ਬੇੜੇ ਵੱਡੇ ਚਲਦੇ, ਜਹਾਜ਼। ਲੂਣ ਦਾ ਵਪਾਰੀ ਸੀ, ਸਾਰੇ ਦੇਸ਼ ਦੇ ਵਿੱਚ ਲੂਣ ਦਾ ਵਪਾਰ ਕਰਦਾ ਸੀ। ਕਿੱਥੋਂ ਸ਼ੁਰੂ ਕੀਤਾ? ਪਾਕਿਸਤਾਨ ਦੇ ਗੁਜਰਾਤ ਤੋਂ ਸ਼ੁਰੂ ਕੀਤਾ ਤੇ ਸਾਰੀ ਧਰਤੀ ਤੇ ਉਹ ਘੁੰਮਦਾ ਸੀ ਪਾਣੀ ਰਾਹੀਂ। ਇੱਕ ਦਿਨ ਉਹਦਾ ਬੇੜਾ ਫਸਿਆ ਜੀ ਗੁਜਰਾਤ ਪਾਕਿਸਤਾਨ ਦੀ ਧਰਤੀ ਤੇ, ਸਮੁੰਦਰ ਦੇ ਵਿਚਕਾਰ। ਮਲਾਹ ਕਹਿੰਦਾ ਕਿ ਮੱਖਣ ਸ਼ਾਹ, ਹੁਣ ਜਿਹਨੂੰ ਚੇਤਣਾ ਚੇਤ ਲਓ, ਬਸ ਹੁਣ ਮਰਨ ਦੀ ਤਿਆਰੀ ਕਰੋ, ਕਿਉਂਕਿ ਹੁਣ ਨਹੀਂ ਸੰਭਲਣਾ। ਮੱਖਣ ਸ਼ਾਹ ਕਹਿੰਦਾ ਜ਼ੋਰ ਲਾ ਕੇ ਵੇਖ ਲਿਆ, ਹੁਣ ਕੁਝ ਹੋ ਸਕਦਾ ਹੈ? ਤੇ ਮਲਾਹ ਕਹਿੰਦਾ ਹੁਣ ਕੁਝ ਨਹੀਂ ਹੋ ਸਕਦਾ, ਹੁਣ ਬਸ ਡੁੱਬਣਾ ਹੀ ਹੈ। ਲਹਿਰਾਂ ਕਹਿੰਦੇ ਇੰਨੀਆਂ ਉੱਚੀਆਂ ਨੇ, ਜਹਾਜ਼ ਨੂੰ ਤੇ ਮੂਦੀਆਂ ਕਰਕੇ ਸੁੱਟ ਦੇਣਗੀਆਂ ਪਤਾ ਨਹੀਂ ਕਿਸ ਵੇਲੇ। ਉਸ ਵੇਲੇ ਫਿਰ ਮੱਖਣ ਸ਼ਾਹ ਨੇ ਕਿਹਾ, ਜੇ ਰਹਿੰਦੀ ਧਰਤੀ ਤੇ ਕੋਈ ਬਾਹ ਫੜਨ ਵਾਲਾ ਹੈ ਤੇ ਫਿਰ ਗੁਰੂ ਬਾਣੀ ਦਾ ਇਹ ਉਪਦੇਸ਼ ਸੁਣ ਲਓ। ਜਾਕੋ ਮੁਸ਼ਕਲ ਅਤ ਬਣੈ ਢੋਈ, ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ, ਸਾਖ ਭੇ ਭੱਜ ਖਲੇ ਸਭੋ ਭਜੈ, ਆਸਰਾ ਚੁਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲਗੈ ਨਾ। ਉਹੀ ਬਚਾਉਣ ਵਾਲਾ। ਹੱਥ ਧੋਤੇ, ਮੂੰਹ ਧੋਤਾ, ਪੈਰ ਧੋਤੇ, ਚੋਕੜਾ ਮਾਰ ਕੇ ਮੱਖਣ ਸ਼ਾਹ ਨੇ ਡੁੱਬਦੇ ਬੇੜੇ ਵਿੱਚ ਜਪਜੀ ਸਾਹਿਬ ਦਾ ਪਾਠ ਕੀਤਾ। ਅੱਜ ਵੀ ਗੁਰੂ ਕੇ ਸਿੱਖੋ, ਸਾਨੂੰ ਡੁੱਬਦਿਆਂ ਨੂੰ ਜੇ ਕੋਈ ਬਾਣੀ, ਜੇ ਕੁਝ ਬਚਾਉਣ ਵਾਲਾ ਹੈ ਤੇ ਜਪਜੀ ਸਾਹਿਬ ਦੀ ਬਾਣੀ ਬਚਾਉਣ ਵਾਲੀ ਹੈ। ਕੁਛ ਹੋ ਜੇ, ਧਰਤੀ ਪੁੱਠੀ ਹੋ ਜਾਏ, ਤੁਹਾਡਾ ਦਿਨ ਜਪਜੀ ਸਾਹਿਬ ਤੋਂ ਬਿਨਾਂ ਸ਼ੁਰੂ ਨਹੀਂ ਹੋਣਾ ਚਾਹੀਦਾ। ਗੁਰੂ ਕੇ ਸਿੱਖੋ, ਇਹ ਸਦਾ ਹੀ ਆਪਣੇ ਕੰਠ ਕਰੋ ਇਹ ਬਾਣੀਆਂ। ਤੁਹਾਡੇ ਜੀਵਨ ਦੀਆਂ 5 ਬਾਣੀਆਂ ਸਤਿਗੁਰੂ ਜੀ ਨੇ, ਇਹ ਸਾਡੀ ਰੋਜ਼ ਦੀ ਦਵਾ ਹੈ। 5 ਜਿਵੇਂ ਪੁੜੀਆਂ ਦਿੰਦਾ ਨਾ ਕੋਈ ਡਾਕਟਰ ਕੀ ਭਾਈ ਆ ਖਾ ਲੈਣੀ ਹੈ, ਇਸ ਤਰ੍ਹਾਂ ਤੇਰੇ ਰੋਜ਼ ਦੀਆਂ ਇਹ 5 ਪੁੜੀਆਂ ਨੇ ਕਿ ਇਹ ਦਵਾ ਹੈ ਤੇਰੀ, ਤੂੰ ਖਾਏਗਾ ਤੇ ਸਾਰਾ ਦਿਨ ਫਿਰ ਤੇਰੇ ਅੰਦਰ ਬਾਣੀ ਚੱਲਦੀ ਰਹੇਗੀ। ਗੁਰੂ ਤੇਗ ਬਹਾਦਰ ਸਾਹਿਬ ਕੀ ਕਹਿੰਦੇ? ਨਿਸ ਦਿਨ ਜੋ, ਬਸ ਮਹਾਰਾਜ ਜੀ ਨੇ ਕਹਿਤਾ ਕਿ ਜਿਹੜਾ ਰਾਤ ਦਿਨ ਭੱਜ ਲੈਂਦਾ ਨਾ, ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ। ਆਓ ਤੁਹਾਨੂੰ ਪ੍ਰਤੱਖ ਰੱਬ ਦੇ ਦੀਦਾਰ ਕਰਾਈਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਿੱਥੇ ਜਾਣ ਦੀ ਲੋੜ ਨਹੀਂ,
ਧਰਤੀ ਉੱਤੇ ਰਾਤ ਦਿਨ ਜਿਹਦੇ ਅੰਦਰ ਵਾਹਿਗੁਰੂ ਜੀ ਦਾ ਸਿਮਰਨ ਹੈ, ਉਹ ਰੂਪ ਹੀ ਸਮਝੋ ਉਸ ਵਾਹਿਗੁਰੂ ਦਾ। ਰਾਤ ਦਿਨ ਜਿਹੜਾ ਤਿਉਹਾਰ ਹੈ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਮੱਖਣ ਸ਼ਾਹ ਜਪਜੀ ਸਾਹਿਬ ਦਾ ਪਾਠ ਕਰਦਾ ਹੈ। ਫੁਰਨਾ ਆਉਂਦਾ ਹੈ, ਪਾਤਸ਼ਾਹ ਜੀ ਬੇੜੇ ਨੂੰ ਕੰਡੇ ਲਾਓ, 500 ਸੋਨੇ ਦੀ ਮੋਹਰਾਂ ਦਾਂਗਾ। ਜਪਜੀ ਦੀ ਤਾਕਤ ਦੇਖੋ। ਗੁਰੂ ਨਾਨਕ ਸਾਹਿਬ ਦੀ ਅਰਦਾਸ, ਉਹਨੇ ਗੁਰੂ ਨਾਨਕ ਸਾਹਿਬ ਦੀ ਕੀਤੀ ਚਰਨਾਂ 'ਚ ਅਰਦਾਸ ਕਬੂਲ ਹੋਈ, ਬੇੜਾ ਕੰਡੇ ਲੱਗਿਆ। ਤੇ ਸਭ ਤੋਂ ਪਹਿਲਾ ਕੰਮ ਪਤਾ ਕੀ ਕਰਦਾ? ਕਹਿੰਦਾ ਗੁਰੂ ਦੇ ਵਾਸਤੇ ਜਿਹੜਾ ਬਚਨ ਉਚਾਰਿਆ ਨਾ, ਉਹ ਹਰ ਇੱਕ ਸਿੱਖ ਕਰਜ਼ਾਈ ਹੈ ਜਿਹੜਾ ਗੁਰੂ ਦਾ ਫੁਰਨਾ ਲੈ ਕੇ ਫਿਰ ਗੁਰੂ ਕੋਲ ਪਹੁੰਚਦਾ ਨਹੀਂ ਹੈ। ਕਹਿੰਦਾ ਬਾਕੀ ਸਾਰੇ ਕੰਮ ਬਾਅਦ 'ਚ ਕਰਾਂਗੇ, 500 ਮੋਹਰਾਂ ਗੁਰੂ ਕੋਲ ਪਹਿਲਾਂ ਦੇ ਕੇ ਆਈਏ। ਪਤਾ ਲੱਗਿਆ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਕਾਲਾ ਆਖਿਆ, ਧਰਤੀ ਪੁੱਠੀ ਹੋ ਸਕਦੀ ਹੈ, ਪਹਾੜ ਖੰਭ ਲਾ ਕੇ ਉੱਡ ਸਕਦੇ ਨੇ, ਹਵਾ ਆਪਣੇ ਰੁੱਖ ਬਦਲ ਸਕਦੇ ਨੇ, ਇੱਥੋਂ ਤੱਕ ਸਭ ਕੁਝ ਬਦਲ ਸਕਦਾ ਹੈ। ਧਰਤੀ ਅਸਮਾਨ, ਸਮਾਨ ਧਰਤੀ ਹੋ ਸਕਦੀ ਹੈ। ਗੁਰੂ ਦਾ ਆਖਿਆ ਬਚਨ ਕਦੀ ਝੂਠਾ ਨਹੀਂ ਹੋ ਸਕਦਾ। ਜੇ ਬਕਾਲਾ ਕਿਹਾ ਤੇ ਫਿਰ ਬਕਾਲਾ ਪਹੁੰਚਿਆ। ਬਕਾਲਾ 22 ਝੂਠੀਆਂ ਮੰਜੀਆਂ, ਕਿਸੇ ਅੱਗੇ 5 ਮੋਹਰਾਂ, ਕਿਸੇ ਅੱਗੇ 2 ਮੋਹਰਾਂ। ਕਹਿੰਦੇ ਇਹ ਕਿਹੜਾ ਗੁਰੂ ਹੈ? ਗੁਰੂ ਦੀ ਤੇ ਗੱਲ ਕਸਵੱਟੀ ਬਾਣੀ ਕਰਦੀ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ। ਗੁਰੂ ਤੇ ਦਰਗਾਹ ਹੀ ਬਸੀਠ ਹੈ। ਇਹ ਤੇ ਮੈਨੂੰ 2-2 ਮੋਹਰਾਂ ਸੋਨੇ ਦੀਆਂ ਸਰੂਪੇ ਦੇਈ ਜਾਂਦੇ, ਮੇਰੇ ਸੋਹਲੇ ਗਾਈ ਜਾਂਦੇ। ਇਹ ਕਾਹਦਾ ਗੁਰੂ ਹੋ ਸਕਦਾ? ਇਹ ਤੇ ਲਾਲਚੀ ਨੇ, ਇਹ ਤੇ ਆਉ ਭਗਤ ਕਰਨ ਲੱਗੇ ਨੇ 5 ਮੋਹਰਾਂ ਮੇਰੀਆਂ ਦੇਖ ਕੇ। ਗੁਰੂ ਤੇ ਹਰਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉਮੈ ਰੋਗ। ਇਹ ਤੇ ਮੇਰੀ ਹਉਮੈ ਨੂੰ ਪੱਠੇ ਪਾਈ ਜਾ ਰਹੇ ਨੇ। ਮੈਂ 5 ਮੋਹਰਾਂ ਰੱਖਦਾ, ਕਹਿੰਦੇ ਮੱਖਣ ਸ਼ਾਹ ਤੇਰੇ ਵਰਗਾ ਕੋਈ ਨਹੀਂ ਹੈ। ਗੁਰੂ ਤੇ ਹਉਮੈ ਦਾ ਰੋਗ ਕੱਟ ਕੇ ਕਹਿ ਦਿੰਦਾ ਕਿ ਤੇਰੇ ਕੋਲ ਜਿੰਨਾ ਮਰਜ਼ੀ ਹੋਏ, ਪਰ ਇੱਥੇ ਤੂੰ ਉਸ ਦਿਨ ਕਬੂਲ ਹੈ ਜਿਸ ਦਿਨ ਤੇਰੇ ਅੰਦਰ ਮਨ ਦੀ ਦੌਲਤ ਤੇ ਮਨ ਦਾ ਨੀਵਾਂ ਪੁਣ ਹੋਏਗਾ। ਉਸ ਦਿਨ ਤੂੰ ਬਾਹਰੋਂ ਜਿੰਨਾ ਮਰਜ਼ੀ ਵੱਡਾ ਹੋ ਜਾ। ਇਹ ਕਹਿੰਦਾ ਇਹ ਗੁਰੂ ਨਹੀਂ। ਅਰਦਾਸ ਕੀਤੀ ਸੱਚੇ ਪਾਤਸ਼ਾਹ, ਸੱਚਾ ਗੁਰੂ ਗੁਰੂ ਨਾਨਕ ਸਾਹਿਬ ਤੁਸੀਂ ਆਪ ਦਰਸ਼ਨ ਦਿਓ। ਫਿਰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ। ਲੱਭਿਆ, ਦਰਸ਼ਨ ਕੀਤੇ। ਇਤਿਹਾਸ ਦੀ ਸਾਖੀਆਂ ਵੱਡੀਆਂ ਨੇ। ਮੈਂ ਸਮੇਂ ਵਿੱਚ ਰਹਿੰਦਿਆਂ ਗੱਲ ਕਰਾਂ, ਕਿਉਂਕਿ ਹੁਣ ਮੇਰਾ ਮਨ ਹੈ ਕਿ ਅਗਲੀ ਵਿਚਾਰ ਜਿਹੜੀ ਹੁਣ ਕਰਨੀ ਹੈ ਨਾ ਇਤਿਹਾਸ ਤੋਂ ਬਾਅਦ, ਹੁਣ ਤਕਰੀਬਨ 15-20 ਮਿੰਟ ਸਿਰਫ ਬਾਣੀ ਦੀ ਗੱਲ ਕਰੀਏ ਗੁਰੂ ਤੇਗ ਬਹਾਦਰ ਸਾਹਿਬ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਪੁਰਬ, ਭਾਵੇਂ ਇਹ ਤੁਸੀਂ ਪ੍ਰਕਾਸ਼ ਬਣਾਓ ਤੇ ਭਾਵੇਂ ਸ਼ਹੀਦੀ ਦਿਹਾੜਾ ਬਣਾਓ, ਸੱਚੀ ਗੱਲ ਇਹ ਹੈ ਉਹਨਾਂ ਚਿਰ ਤੱਕ ਸਫਲ ਨਹੀਂ ਜਿੰਨਾ ਚਿਰ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੇ ਦੀਦਾਰ ਨਾ ਕਰੋ। ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਦੀਦਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨਾਂ ਵਿੱਚ ਹੈ, ਹੋਰ ਕਿੱਥੇ ਨਹੀਂ ਹੈ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀਵਤ ਨੇ, ਪਰ ਆਪਣੇ ਸ਼ਬਦ ਵਿੱਚ ਜੀਵਤ ਨੇ, ਕਿਸੇ ਸਰੀਰ ਰੂਪੀ ਗੱਲ ਨਾ ਕਰੋ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਦਰਸ਼ਨ ਕਰਨੇ ਪੈਣਗੇ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨੇ ਨੇ। ਆਓ ਗੁਰੂ ਗ੍ਰੰਥ ਸਾਹਿਬ ਵਿੱਚੋਂ ਆ ਜਿਹੜਾ ਕਿੱਸਾ, ਉਹਨੇ ਮੋਹਰਾਂ ਰੱਖੀਆਂ। ਮਹਾਰਾਜ ਕਹਿੰਦੇ ਮੱਖਣ ਸ਼ਾਹ ਗੱਲ ਤੇ 500 ਦੀਆਂ ਹੋਈਆਂ ਸਨ, ਮੁਕਰਦਾ ਕਿਉਂ ਹੈ? ਅੰਦਰ ਮਨ ਮੰਨ ਗਿਆ ਸਤਿਗੁਰ ਮੇਰਾ ਬੇਮੋਹਤਾਜ, ਸਤਿਗੁਰ ਮੇਰਾ ਕਹਿੰਦਾ ਜਾਮ ਗੁਰੂ ਹੋਏ ਵੱਲ ਧਨੈ ਕਿਆ ਗਾਰਵ ਦੀਜੈ। ਦੁਨੀਆ ਦਾ ਧਨ ਜਿੰਨਾ ਮਰਜ਼ੀ ਹੋਏ, ਗੁਰੂ ਦੇ ਸਾਹਮਣੇ ਤੇ ਕੱਖ ਹੈ। ਧਨ ਦਾ ਕੀ ਗਰਵ ਕਰਨਾ, ਤੁਹਾਡਾ ਹੈ ਸਤਿਗੁਰ ਜੀ। ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੈ। ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ। ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੋ ਘਰ। ਜੋ ਗੁਰੂ ਗੁਰੂ ਅਹਨਿਸ ਜਪੈ, ਦਾਸ ਭਟ ਬੇਨਤ ਕਹੈ। ਜੋ ਗੁਰੂ ਨਾਮ ਰਿਦ ਮਹਿ ਧਰੈ, ਸੋ ਜਨਮ ਮਰਨ ਦੋਹੂ ਥੈ ਰਹੈ। ਮੇਰਾ ਜਨਮ ਮਰਨ ਕੱਟਣ ਵਾਲੇ ਗੁਰੂ 500 ਮੋਹਰਾਂ ਕੀ ਹੈ ਤੁਹਾਡੇ ਅੱਗੇ, ਤੇ ਜਿੰਦ ਜਾਨ ਪ੍ਰਵਾਨ ਕੁਰਬਾਨ ਹੈ। ਇਹੀ ਤੇ ਬਚਨ ਬਾਣੀ ਦਾ ਹੈ ਨਾ ਕਿ ਗੁਰੂ ਦੇ ਦਰਸ਼ਨ ਨਹੀਂ ਕੀਤੇ ਤੇ ਅੰਦਰ ਬੇਚੈਨੀ ਹੋ ਗਈ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਸੁਰਤ ਤੇ ਸਿੱਧ ਨਹੀਂ ਰਹੀ। ਮੈਂ ਕੀ ਕਰਾਂ? ਇਹ ਤੇ ਝੂਠੇ ਬੈਠੇ ਨੇ, ਕੱਚੇ ਬੈਠੇ ਨੇ। ਕਿਹਨੂੰ ਆਖਾਂ ਕਿ ਮੈਨੂੰ ਸੱਚੇ ਗੁਰੂ ਦੇ ਦੀਦਾਰ ਕਰਾਓ? ਸੱਚੇ ਗੁਰੂ ਦੇ ਜਿੰਨੇ ਦੀਦਾਰ ਨਹੀਂ ਕੀਤੇ ਉਹ ਤੇ ਧ੍ਰਿਗ ਹੈ ਇਸ ਸੰਸਾਰ 'ਚ। ਬਾਣੀ ਬੋਲ ਕੇ ਕਹਿੰਦੀ ਹੈ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰੂ ਬੋਲਿਆ ਕਰ, ਅੱਖ ਖੁੱਲੀ ਗੁਰੂ ਬੋਲ, ਉੱਠਿਆ ਗੁਰੂ ਬੋਲ, ਤੁਰਦਾ ਗੁਰੂ ਬੋਲ, ਬੈਠਦਾ ਗੁਰੂ ਬੋਲ। ਹਰ ਇੱਕ ਕਿਰਿਆ ਕਰਨ ਲੱਗਿਆ ਤੂੰ ਗੁਰੂ ਬੋਲ। ਗੁਰਬਾਣੀ ਕਹਿੰਦੀ ਹੈ ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁਨ, ਅਘਨ ਕਟੇ ਸਭ ਤੇਰੇ। ਪਾਪ ਕੱਟੇ ਜਾਣਗੇ। ਗੁਰਨੈਣ ਬੈਣ ਗੁਰ ਗੁਰ ਕਹੋ। ਅੱਖਾਂ 'ਚ ਤੇਰਾ ਗੁਰੂ, ਤੇਰੇ ਬਚਨਾਂ 'ਚ ਤੇਰਾ ਗੁਰੂ ਹੋਏ ਸਿੱਖ, ਉਹ ਹੈ ਅਸਲ ਸਿੱਖ। ਇਹ ਹੈ ਨਿਸ ਦਿਨ ਦਾ ਭਜਣਾ, ਇਹ ਹੈ ਦਿਨ ਰਾਤ ਪ੍ਰਭੂ ਦੇ ਸਿਮਰਨ ਦੇ ਵਿੱਚ ਰਹਿਣਾ।
ਗੁਰ ਨੈਣ ਬੈਣ ਗੁਰ ਗੁਰ ਕਹੋ, ਗੁਰ ਸਤ ਕਬ ਨਲ ਕੈ, ਜਿਨ ਗੁਰੂ ਨਾ ਦੇਖਿਓ ਨਹਿ ਕੀਓ ਤੇ ਅਕਿਆਤ ਸੰਸਾਰ ਮੈਂ। ਮੱਖਣ ਸ਼ਾਹ ਤੇਰਾ ਜੀਵਨ ਅਕਿਆਤ ਹੋਏਗਾ ਜੇ ਸੱਚੇ ਨੂੰ ਨਹੀਂ ਲੱਭ ਕੇ ਗਿਆ, ਜੇ ਸੱਚੇ ਦੇ ਦੀਦਾਰ ਤੋਂ ਬਿਨਾਂ ਚਲਾ ਗਿਆ। ਤੇ ਜਿਸ ਦਿਨ ਸੱਚੇ ਦੇ ਦਰਸ਼ਨ ਕੀਤੇ, ਅੰਦਰ ਸੱਚ ਕੋਠੇ ਚੜ ਕੇ ਨੱਚ, ਤੇ ਬਕਾਲੇ ਦੇ ਧਰਤੀ ਤੇ ਉਹਨੇ ਢੰਡੋਰਾ ਪਿਟਿਆ, ਗੁਰਲਾਦੋ ਰੇ ਕੈਸਾ ਉਹ ਗੁਰੂ ਕਾ ਸਿੱਖ ਹੈ। ਕਹਿੰਦੇ ਹੁਣ ਨਹੀਂ, ਹੁਣ ਪ੍ਰਗਟ ਹੋਣਾ ਪਏਗਾ ਸਤਿਗੁਰ ਜੀ, ਤੁਹਾਡੇ ਤੋਂ ਬਿਨਾਂ ਹੁਣ ਕਿਸੇ ਦੀ ਸੁਰਤ ਨਹੀਂ ਹੈ। ਕਿਉਂ? ਇਹ ਬਚਨ ਹੈ ਬਾਣੀ ਦਾ। ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ, ਮੇਰਾ ਮਨ ਲੋਚੈ ਇਹ ਹੈ ਪ੍ਰੀਤ ਸਿੱਖ ਦੀ ਗੁਰੂ ਲਈ, ਬਿਲਪ ਕਰੇ ਚਾਤ੍ਰਿਕੀ ਨਿਆਈ ਤ੍ਰਿਖਾ ਨਾ ਉਤਰੈ। ਸ਼ਾਂਤੀ ਨਹੀਂ ਹੈ। ਗੁਰੂ ਅਰਜੁਨ ਸਾਹਿਬ ਦਾ ਬਚਨ, ਮੈਂ ਬਿਨ ਗੁਰ ਦੇਖੇ ਸੁਖ ਨਹੀਂ। ਨੀਂਦ ਦਾ ਮਤਲਬ ਆਰਾਮ, ਸੁਖ। ਮੇਰੇ ਜੀਵਨ 'ਚ ਸੁਖ ਨਹੀਂ। ਸਤਿਗੁਰ ਜੀ ਕਰੋੜਾਂ ਮੱਖਣ ਸ਼ਾਹ ਨੇ ਇਸ ਧਰਤੀ ਤੇ, ਜਿਹੜੇ ਤੁਹਾਡੇ ਦਰਸ਼ਨਾਂ ਤੋਂ ਵਾਂਝੇ ਨੇ, ਜਿਹੜੇ ਤਲਬ ਨੇ, ਜਿਹੜੇ ਤਰਸਦੇ ਪਏ ਨੇ। ਸਤਿਗੁਰ ਜੀ ਹੋ ਜਾਓ ਪ੍ਰਗਟ। ਸਤਿਗੁਰ ਜੀ ਪ੍ਰਗਟ ਹੋਏ ਨੇ। ਗੁਰਤਾ ਗੱਦੀ ਦੀ ਰਸਮ ਤੇ ਪਹਿਲਾਂ ਹੋ ਗਈ, ਕਈ ਮਹੀਨਿਆਂ ਪਹਿਲਾਂ, ਪਰ ਪ੍ਰਗਟ ਸਤਿਗੁਰ ਜੀ ਇਸ ਵਿਧ ਨਾਲ ਹੁੰਦੇ ਆ। ਪ੍ਰਗਟ ਹੁੰਦੇ ਪਹਿਲੀ ਵਾਰ ਅੰਮ੍ਰਿਤਸਰ, ਆਪਣੇ ਜਨਮ, ਆਪਣੇ ਪ੍ਰਕਾਸ਼ ਥਾਨ, ਪ੍ਰਗਟ ਥਾਂ ਤੇ ਪਹੁੰਚਦੇ ਨੇ। ਮਸੰਦ ਤਾਲੇ ਲਾ ਕੇ ਭੱਜ ਜਾਂਦੇ ਨੇ। ਮਿਹਰਬਾਨ ਦਾ ਪੁੱਤਰ ਹਰ ਜੀ ਮਹਾਰਾਜ ਬੜੀ ਦੇਰ ਬੈਠਦੇ ਨੇ। ਦੇਖੋ, ਜਦ ਜਾਓ ਦਰਬਾਰ ਸਾਹਿਬ, ਥੜਾ ਸਾਹਿਬ ਜ਼ਰੂਰ ਬੈਠ ਕੇ ਆਇਆ ਕਰੋ। ਥੜਾ ਸਾਹਿਬ ਸੱਚ ਤੇ ਸਬਰ ਦਾ ਸੱਚੀ ਮੁੱਚੀ ਇੱਕ ਮੁਜੱਸਮਾ ਹੈ ਕਿ ਗੁਰੂ ਸਦਾ ਹੀ ਅਡੋਲ ਹੈ। ਗੁਰੂ ਨਾਲ ਭਾਵੇਂ ਕਦਮ ਕਦਮ ਤੇ ਤੱਤੀ ਵਾਹਵਾ ਦੀਆਂ ਹਨੇਰੀਆਂ ਚੱਲ ਰਹੀਆਂ ਨੇ, 100 ਬਗਾਨਿਆਂ ਨੇ ਕੀ ਬੁਰਾ ਕਰਨਾ, ਆਪਣੇ ਸਕਿਆਂ ਨੇ ਜਿੰਦੇ ਲਾਤੇ। ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਕਹਿੰਦਾ, ਜੇ ਆਪਣੇ ਵੀ ਬੇਗਾਨੇ ਹੋ ਜਾਣ ਤਾਂ ਵੀ ਤੂੰ ਅਡੋਲ ਟਿਕ ਜਾਈ, ਥੜੇ ਦੀ ਤਰ੍ਹਾਂ। ਜਿਵੇਂ ਥੜਾ ਟਿਕਿਆ ਹੀ ਹੁੰਦਾ, ਤੇਰਾ ਮਨ ਵੀ ਥੜੇ ਦੀ ਤਰ੍ਹਾਂ ਟਿਕ ਜਾਏ, ਭੱਜੇ ਨਾ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀੜ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੈ ਧੀਰ। ਸਵਾਰਥ ਸੁਆਉ ਨਾ ਕੋ ਕਰੈ ਨਾ ਕਿਛ ਹੋਵੇ ਕਾਜ, ਚਿਤ ਆਵੈ ਉਸ ਪਾਰ ਬ੍ਰਹਮਤਾ ਨੇਚਲ ਹੋਵੇ ਰਾਜ। ਉਹ ਤੇ ਰਾਜ ਵੀ ਦੇਣ ਵਾਲਾ, ਤੂੰ ਨੇਚਲ ਟਿਕ ਜਾਈ। ਗੁਰੂ ਸਾਹਿਬ ਵੱਲੇ ਪਿੰਡ ਗਏ, ਮਾਈਆਂ ਰੱਬ ਰਜਾਈਆਂ, ਗੁਰ ਭਗਤੀ ਲਾਈਆਂ, ਗੁਰ ਸੇਵਾ ਲਾਈਆਂ, ਬਚਨ ਕੀਤਾ। ਇਹ ਵੀ ਕਿਹਾ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਤ੍ਰਿਸ਼ਨਾ ਤੇ ਅਗਨ ਗੁਰੂ ਵੱਲ ਨਹੀਂ ਹੋਣ ਦੇਗੀ। ਤੇ ਜੇ ਗੁਰੂ ਨਹੀਂ ਹੈ ਨਾ, ਫਿਰ ਸਮਝੋ ਕਿ ਖਤਮ ਕਹਾਣੀ। ਗੁਰੂ ਕੀ ਕਰਨ ਵਾਲਾ? ਗੁਰੂ ਜੇ ਤਰੁੱਠ ਪਏ। ਇਹ ਬਚਨ ਸੁਣੋ ਭੱਟਾਂ ਦੇ ਸਵਈਆਂ ਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਦ੍ਰਿੜ ਵਿਸ਼ਵਾਸ ਕਰਕੇ ਜਾਓ। ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਜਦੇ ਕਰਨੇ, ਜੇ ਗੱਲ ਕਰਨੀ ਹੈ, ਫਿਰ ਗੁਰੂ ਗ੍ਰੰਥ ਸਾਹਿਬ ਹੀ ਨੇ। ਇਹੀ ਜਾਗਤ ਜੋਤ ਨੇ, ਇਹੀ ਸਦਾ ਰਹਿਣ ਵਾਲੇ ਨੇ। ਇਹ ਧਰਤੀ ਤੇ ਧਰਤੀ ਫਨਾ ਹੋ ਜਾਏਗੀ, ਪਰ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਸਦਾ ਹੀ ਰਹਿਣ ਵਾਲੇ ਨੇ। ਕਦੀ ਜੋਤੀ ਜੋਤ ਨਹੀਂ ਆਉਣ ਵਾਲਾ ਗੁਰੂ ਗ੍ਰੰਥ ਸਾਹਿਬ ਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਕਹਿੰਦੀ ਹੈ ਕਿ ਗੁਰ ਜਿਨ ਕੋ ਸੁਪ੍ਰਸੰਨ, ਕਹਿੰਦੇ ਜਿਹਨੂੰ ਗੁਰੂ ਖੁਸ਼ੀ ਦੇ ਨਾ ਆਪਣੀ, ਨਾਮ ਹਰ ਹਿਰਦੈ ਨਿਵਾਸੈ। ਕਹਿੰਦੇ ਨਾਮ ਉਹਦੇ ਹਿਰਦੇ 'ਚ। ਜਿਨ ਕੋ ਗੁਰ ਸੁਪ੍ਰਸੰਨ, ਦੁਰਤ ਦੂਰ ਅੰਤਰ ਨਾਸੈ, ਉਹਦੇ ਪਾਪ ਵੀ ਦੂਰ ਹੋ ਜਾਣਗੇ। ਗੁਰ ਜਿਨ ਕੋ ਸੁਪ੍ਰਸੰਨ, ਕਹਿੰਦੇ ਹੋਏਗਾ ਕੀ? ਕਹਿੰਦੇ ਉਹਦੇ ਹਿਰਦੇ ਦੇ ਵਿੱਚ, ਕਹਿੰਦੇ ਸ਼ਬਦ ਦਾ ਟਿਕਾ ਹੋ ਜਾਏਗਾ। ਉਸ ਦਿਨ ਸ਼ੁਕਰ ਮਨਾਇਆ ਕਰੋ ਜਿਸ ਦਿਨ ਟਿਕ ਕੇ ਥੋੜਾ ਚਿਰ ਬਾਣੀ ਤੇ ਕਥਾ ਸੁਣ ਲਈ। ਇਹ ਗੁਰੂ ਟੁੱਟਿਆ, ਕਿਉਂਕਿ ਕੈਸਾ ਗੁਰੂ ਹੈ? ਗੁਰੂ ਸੁਣੋ, ਗੁਰੂ ਦੀ ਬਖਸ਼ਿਸ਼ ਕੈਸੀ ਹੈ। ਜੇ ਗੁਰੂ ਕਿਰਪਾ ਕਰ ਦੇ ਨਾ, ਕਹਿੰਦੇ ਇਹ ਸਾਰਾ ਅਗਿਆਨਤਾ ਦਾ ਹਨੇਰਾ ਕੱਟ ਦਿੰਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਵੀ ਇੱਕੋ ਹੀ ਬਚਨ, ਗੁਰ ਕਾ ਬਚਨ ਬਸੈ। ਇਹ ਜੇ ਬਸ ਜੇ ਨਾ ਹਿਰਦੇ 'ਚ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ ਪਾਏ ਨਾ। ਕੌਣ ਮਾਰ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ? ਨਾ ਪਾਣੀ ਡੋਬ ਸਕਦਾ ਹੈ ਤੇ ਨਾ ਕੋਈ ਖੋ ਕੇ ਲਿਜਾ ਸਕਦਾ ਹੈ। ਔਰੰਗਜ਼ੇਬ ਕਹਿੰਦਾ ਮੈਂ ਸਾਰੀ ਸ਼ੋਭਾ ਖਤਮ ਕਰ ਦੇਣੀ ਹੈ, ਤੁਹਾਨੂੰ ਖਤਮ ਕਰ ਦੇਣਾ। ਕੌਣ ਖਤਮ ਕਰ ਸਕਦਾ? ਭੱਟ ਜੀ ਕਹਿੰਦੇ ਨਾ ਕਿ ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਇਓ। ਕਹਿੰਦੇ ਉਹ ਤੇ ਹਰੀ ਰੂਪ ਆਪ ਹੈ। ਕਹਿੰਦੇ ਉਹਦਾ ਜਸ ਕੋਈ ਖਤਮ ਕਰ ਸਕਦਾ? ਸੋ ਕੌਣ ਕਹੇ ਸ੍ਰੀ ਗੁਰ ਮੋਇਓ। ਕੌਣ ਕਹਿ ਸਕਦਾ ਕਿ ਗੁਰੂ ਨੂੰ ਕੋਈ ਮਾਰ ਸਕਦਾ? ਗੁਰੂ ਨੂੰ ਕੋਈ ਨਹੀਂ ਮਾਰ ਸਕਦਾ। ਗੁਰੂ ਸਦਾ ਅਟਲ ਹੈ, ਅਗੰਮ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਬਚਨ ਸਰਵਣ ਕਰੀਏ। ਫਿਰ
ਅਗਾਂਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰੀਏ ਬਾਣੀ ਵਿੱਚੋਂ। ਭੱਟ ਜੀ ਕਹਿੰਦੇ ਆ ਕਿ ਜੇ ਸਤਿਗੁਰ ਸਿਮਰੰਤ ਨੈਣ ਕੀ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨੌ ਨਿਧ ਆਵੈ। ਤੇ ਗੁਰੂ ਨੂੰ ਚੇਤੇ ਕਰਿਆ ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ। ਤਾਂ ਇਸ ਤੋਂ ਵੱਡੀ ਗੱਲ ਕੀ ਹੋਏਗੀ। ਧੰਨ ਗੁਰੂ ਤੇਗ ਬਹਾਦਰ ਆਖਿਆ ਨੌ ਨਿਧੀਆਂ ਸਦੀਆਂ ਘਰ ਦੇ ਵਿੱਚ ਪੈਰਾਂ 'ਚ ਰੁਲਦੀਆਂ ਨੇ। ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨੌ ਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ। ਧੰਨ ਧੰਨ ਕਰੋ। ਮੈਂ ਇਸ ਲਈ ਕਹਿ ਰਿਹਾ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪ੍ਰਗਟ ਹੁੰਦੇ ਆ। ਫਿਰ ਕਿੰਨਾ ਗੁਰੂ ਨਾਨਕ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਉਦਾਸੀਆਂ ਕਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਨੇ। ਯਾਤਰਾਵਾਂ ਸਭ ਤੋਂ ਵੱਧ ਸਤਿਗੁਰੂ ਜੀ ਕਿੱਥੇ ਕਿੱਥੇ, ਦਿੱਲੀ ਦੀ ਧਰਤੀ ਸਤਿਗੁਰੂ ਜੀ, ਰੋਹਤਕ ਚਲੇ ਜਾਓ, ਇੱਥੇ ਜੀਂਦ ਚਲੇ ਜਾਓ, ਸਤਿਗੁਰੂ ਜੀ ਦੀਆਂ ਥਾਵਾਂ, ਆਗਰੇ ਸਤਿਗੁਰੂ ਜੀ। ਇਸ ਤੋਂ ਬਾਅਦ ਤੁਸੀਂ ਪੰਜਾਬ ਸਾਰਾ ਮਾਲਵਾ ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਦੇ ਕਿੰਨੇ ਸਥਾਨ ਨੇ। ਮਾਝੇ ਵਿੱਚ ਸਤਿਗੁਰੂ ਜੀ ਪਹੁੰਚੇ ਹੋਏ ਨੇ, ਦੁਆਬੇ 'ਚ ਸਤਿਗੁਰੂ ਜੀ ਦੇ। ਪੰਜਾਬ ਤੋਂ ਜੇ ਬਾਹਰ ਨਿਕਲੀਏ ਫਿਰ ਦੇਖੋ ਦਿੱਲੀ, ਯੂਪੀ, ਬਿਹਾਰ, ਬਨਾਰਸ, ਕਾਂਸ਼ੀ, ਕਿੱਥੇ ਕਿੱਥੇ ਸਤਿਗੁਰੂ ਜੀ ਗਾਂ। ਅੱਗੇ ਅਸਾਮ ਸਤਿਗੁਰੂ ਜੀ, ਬੰਗਾਲ ਤੱਕ, ਢਾਕੇ ਤੱਕ ਸਤਿਗੁਰੂ ਜੀ ਟਿਕੇ ਨੇ। ਕਿੰਨਾ ਕੁ ਪ੍ਰਚਾਰ ਕੀਤਾ ਸਤਿਗੁਰੂ ਜੀ ਨੇ। ਇਹ ਵਾਪਸ ਆਉਂਦੇ ਨੇ, ਆਨੰਦਪੁਰ ਸਾਹਿਬ ਟਿਕਦੇ ਨੇ। 9 ਸਾਲ ਗੁਰੂ ਗੋਬਿੰਦ ਰਾਏ ਜੀ ਦੀ ਉਮਰ ਹੈ ਸਰੀਰਿਕ। ਤੇ ਪੰਡਿਤ ਕਿਰਪਾ ਰਾਮ ਦੱਤ 500 ਪੰਡਤੈਣੀਆਂ ਦਾ ਜੱਥਾ ਆਉਂਦਾ। ਕਹਿੰਦੇ ਕੀ ਕਰਨ ਆਇਓ। ਕਹਿੰਦੇ ਜੀ ਸਾਡਾ ਜਨੇਊ ਹੱਥ 'ਚ ਫੜਿਆ ਹੁੰਦਾ ਜੀ, ਖਤਰੇ 'ਚ ਹੈ। ਕਹਿੰਦੇ ਬੜੀ ਥਾਵਾਂ ਤੇ ਭਟਕ ਆਏ ਆ, ਸਭ ਨੂੰ ਤਰਲੇ ਲੈ ਲਿਆ। ਨਾ ਮਰੱਠੇ ਛੱਡੇ, ਨਾ ਮਾਰਵਾੜ ਛੱਡੇ, ਨਾ ਮੇਵਾੜ ਦੀ ਰਿਆਸਤਾਂ ਛੱਡੀਆਂ। ਕੋਈ ਰਿਆਸਤ ਐਸੀ ਨਹੀਂ ਸੀ ਜਿਹਦੇ ਅੱਗੇ ਭੀਖ ਨਹੀਂ ਮੰਗੀ ਧਰਮ ਦੀ। ਕਹਿੰਦੇ ਸਭ ਵਿਕ ਗਏ ਨੇ, ਸਭ ਨੇ ਸੰਧੀਆਂ ਕਰ ਲੀਆਂ ਨੇ ਮੁਗਲਾਂ ਨਾਲ। ਤੇ ਕੌਣ ਕਹਿੰਦੇ ਇਹ ਸੁਣਿਆ ਕਿ ਹਮ ਦੀਨ ਦੁਖੀ ਚਲ ਆਏ ਪੁਰੀ ਆਨੰਦ, ਬਾਹਾਂ ਅਸਾਂ ਦੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ। ਤੁਸੀਂ ਬਾਹ ਫੜਨ ਵਾਲੇ ਹੋ, ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਹੋ, ਕਿ ਤੁਹਾਡੇ ਦਰ ਤੇ ਆਇਆ ਕੋਈ ਖਾਲੀ ਨਹੀਂ ਜਾਂਦਾ। ਕਬੀਰ ਜਿਹਦਰ ਆਵਤ ਜਾਤ ਹੋ, ਹਟਕੈ ਨਾਹਿਨ ਕੋਏ, ਸੋਦਰ ਕੈਸੇ ਛੋੜੀਐ ਜੋ ਦਰ ਐਸਾ ਹੋ। ਇਹ ਸੁਣਿਆ ਇਸ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆ ਕਿ ਇਹ ਕਿਹਾ ਕਿ ਜੇ ਕਿਸੇ ਮਹਾਂਪੁਰਖ ਦੀ ਜ਼ਰੂਰਤ ਹੈ ਤੇ ਪਿਤਾ ਜੀ ਤੁਹਾਡੇ ਤੋਂ ਵੱਡਾ ਕੌਣ ਹੈ ਫਿਰ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਬਚਨ ਕਿਹਾ ਨਾ, ਇੱਕ ਦਿਨ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਪੰਡਤੈਣੀਆਂ ਨੂੰ ਟਿਕਣ ਨਹੀਂ ਦਿੱਤਾ। ਕਹਿੰਦੇ ਬੱਚਿਓ ਤੁਸੀਂ ਮੁੜ ਜਾਓ ਘਰ, ਇੱਥੇ ਨਾ ਬੈਠੋ। ਪੰਡਿਤ ਕਿਰਪਾ ਰਾਮ ਦੱਤ ਜਾ ਕੇ ਐਲਾਨ ਕਹਿ ਦੇ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਈਨ ਕਬੂਲ ਕਰਨਗੇ ਤੇ ਫਿਰ ਸਾਰੀ ਧਰਤੀ ਈਨ ਕਬੂਲ ਕਰ ਲੇਗੀ। ਜਾ ਕਹਿ ਦੇ ਅਸੀਂ ਕਰ ਲਾਂਗੇ। ਇੱਥੇ 1 ਸਾਲ ਤੋਂ ਵੱਧ ਸਾਡੀਆਂ ਬੀਬੀਆਂ ਮਾਤਾ ਭੈਣਾਂ ਬੈਠੀਆਂ ਰਹੀਆਂ। 1 ਸਾਲ ਬੈਠ ਕੇ ਵੀ ਫਿਰ ਉਹਨਾਂ ਨੂੰ ਮਾਫੀ ਮੰਗਣੀ ਪਈ ਕਿ ਜਾਓ ਜੀ ਭਾਈ ਸਾਡੇ ਤੋਂ ਗਲਤੀ ਹੋ ਗਈ। ਆ ਸਿੱਧਕ ਹੈ, ਆ ਸਿਰੜ ਹੈ, ਆ ਕਿਰਪਾ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ 1 ਦਿਨ ਨਹੀਂ ਬੈਠਣ ਦਿੱਤਾ। ਕਹਿੰਦੇ ਜਾਓ ਬੱਚਿਓ ਘਰ ਜਾਓ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ। ਇਸ ਬੁਝ ਰਹੇ ਭਾਰਤ ਦੇਸ਼ ਦੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ। ਪਾਇਆ ਤੇਲ ਲਹੂ ਦਾ, ਅੱਜ ਭਾਰਤ ਵਰਸ਼ ਦਾ ਬਾਗ ਫਲ ਰਿਹਾ। ਅੱਜ ਵੀ ਹਿੰਦੂ ਮੰਦਿਰਾਂ ਦੇ ਦੀਵਿਆਂ ਅੰਦਰ ਤੇਲ ਗੁਰੂ ਤੇਗ ਬਹਾਦਰ ਸਾਹਿਬ ਦੇ ਲਹੂ ਦਾ ਬਲ ਰਿਹਾ। ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਹੀ ਲਹੂ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਤੁਰੇ ਨੇ, ਪਹਿਲਾਂ ਹੀ ਤੁਰ ਪਏ। ਸੰਮਨ ਬਾਅਦ 'ਚ ਆਏ ਨੇ, ਗ੍ਰਿਫਤਾਰੀਆਂ ਤੇ ਬਾਅਦ 'ਚ ਹੋਈਆਂ ਨੇ। ਇਹ ਇਤਿਹਾਸ ਕਹਿੰਦਾ ਕਿ ਸਤਿਗੁਰੂ ਜੀ ਨੂੰ ਰਸਤੇ ਦੇ ਵਿੱਚ ਰੋਪੜ 'ਚ ਵੀ ਜੇਲ੍ਹ, ਅੱਗੇ ਵੀ ਜੇਲ੍ਹ 'ਚ ਪਰ ਰੱਖਿਆ ਗਿਆ। ਪਰ ਸਮਾਣਾ ਭਾਵ ਕਿ ਸਮਾਣੇ ਦੇ ਜੱਲਾਦ ਨੇ, ਪਰ ਕੱਲਾ ਸਮਾਣਾ ਦੁਸ਼ਮਣ ਨਹੀਂ। ਪਟਿਆਲੇ ਦੀ ਧਰਤੀ, ਬਹਾਦਰਗੜ੍ਹ, ਉੱਥੇ ਸੈਫੁਦੀਨ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿਆਰ ਕਰਦਾ, ਜਿਹਦਾ ਰੋਮ ਰੋਮ ਕਰਜ਼ਦਾਈ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨਾਂ ਲਈ, ਜਿਹਦੀ ਖੂਨ ਦਾ ਕਤਰਾ ਕਤਰਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਲਿਹਾਰ ਹੁੰਦਾ। ਉਹ ਬੜਾ ਜ਼ੋਰ ਲਾਉਂਦਾ ਸਰਕਾਰੇ ਦਰਬਾਰ ਕੀ ਗੱਲ ਬਣ ਜਾਏ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਹੀਂ, ਸੱਚ ਨੂੰ ਕੋਈ ਖਤਮ ਨਹੀਂ ਕਰ ਸਕਦਾ। ਦਾਦਾ ਗੁਰੂ ਅਰਜਨ ਸਾਹਿਬ ਇਹ ਬਚਨ ਕਰਕੇ ਗਿਆ ਸੀ, ਤੱਤੀ ਤਵੀ ਤੇ ਬਹਿਣ ਲੱਗਿਆ। ਸਾਈਂ ਮੀਆਂ ਮੀਰ ਆਏ ਸੀ ਕਿ ਕਹਿੰਦੇ ਸੀ ਇੱਟ ਨਾਲ ਇੱਟ ਖੜਕਾ ਦਈਏ, ਤੇ ਮਹਾਰਾਜ ਕਹਿੰਦੇ ਨਹੀਂ, ਇਹ ਸ਼ਹਾਦਤ ਹੁਣ ਦੇਣੀ ਪੈਣੀ ਹੈ। ਠੰਡੇ ਖੂਨ ਨੂੰ ਉਬਾਲਾ ਦੇਣ ਵਾਸਤੇ ਤੱਤੀ ਤਵੀ ਤੇ ਬਹਿਣਾ ਪੈਣਾ। ਪਰ ਇਹ ਖਤਮ ਨਹੀਂ ਹੋਏਗਾ। ਇਹ ਤੇ ਬੀਜ ਪਾਉਣ ਲੱਗਿਆ ਸ਼ਹਾਦਤ ਦਾ। ਦੇਖਿਓ ਇਹ ਅੱਗੇ ਕਿੰਨਾ ਪੁੰਗਰੇਗਾ।
ਫੁੱਲ ਇਸ ਦੇ ਖਿਲਰ ਜਾਸਨ ਕੁਲ ਸੰਸਾਰ ਅੰਦਰ, ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ ਕੇ ਦੇਸ਼ ਕੌਮ ਦੇ ਪਿਆਰ ਅੰਦਰ। ਤੇ ਖਤਮ ਨਹੀਂ ਹੋਣਾ, ਹੁਣੇ ਆਉਣੀਆਂ ਨੇ ਸ਼ਹਾਦਤਾਂ ਦੇ ਦਿਹਾੜੇ, ਪੰਦੜਵਾਰਾ ਆਉਣ ਲੱਗਾ ਹੈ। कि हमने ही कहा था पिता से जान दीजिए धर्म पर, लो जाओ बेटा जी हम ही कहते हैं तुम्हें जान दीजिए धर्म पर। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੁੱਤਰਾਂ ਨੂੰ ਘੱਲਣਗੇ ਸ਼ਹਾਦਤਾਂ ਦੇ ਜਾਮ। ਕੱਲਾ ਇਹ ਨਹੀਂ ਕਿ ਜੇ ਗੁਰਪੁਰਬ ਆਇਆ ਤੇ ਅਸੀਂ ਖੁਸ਼ੀਆਂ ਮਨਾ ਲੀਆਂ, ਜੇ ਸ਼ਹਾਦਤਾਂ ਆਈਆਂ ਤੇ ਅਸੀਂ ਹੰਝੂ, ਨਹੀਂ, ਇਹ ਭਾਵਨਾ ਨੂੰ ਸਮਝੀ। ਸਿੱਖ ਦੇ ਜੀਵਨ 'ਚ ਸਦਾ ਆਨੰਦ ਹੈ ਜੇ ਗੁਰੂ ਚੇਤੇ। ਇਹ ਸਿਰਫ ਗੁਰੂ ਨੂੰ ਚੇਤੇ ਕਰਨ ਦਾ ਬਹਾਨਾ ਹੈ। ਜੇ ਗੁਰੂ ਚੇਤੇ ਆ ਜਾਏ ਤੇ ਫਿਰ ਆਨੰਦ ਹੀ ਆਨੰਦ ਹੈ। ਰੋਜ਼ ਪੜ੍ਹਦੇ ਹੋ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ ਕਰ ਕਿਰਪਾ, ਮਨ ਦੀ ਮੈਲ ਤੇ ਕੱਟੇਗਾ ਗੁਰੂ। ਰੋਜ਼ ਕੱਟਦਾ ਹੈ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ ਅੰਦਰੋਂ, ਜਿਨਕਾ ਮੂੰਹ ਟੁੱਟਾ ਤਿਨਕਾ ਸ਼ਬਦ ਸਚੈ ਸਵਾਰਿਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਿੱਲੀ ਦੀ ਧਰਤੀ ਤੇ ਪਹੁੰਚੇ ਨੇ ਤੇ ਸਤੀ ਦਾਸ, ਮਤੀ ਦਾਸ, ਭਾਈ ਦਇਆਲਾ ਜੀ, ਭਾਈ ਉਦੈ, ਭਾਈ ਗੁਰਦਿੱਤਾ, ਇਹ ਕਾਫਲਾ ਨਾਲ ਹੈ ਗੁਰਸਿੱਖਾਂ ਦਾ। ਭਾਈ ਸਤੀ ਦਾਸ, ਮਤੀ ਦਾਸ, ਭਾਈ ਮਤੀ ਦਾਸ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਹੁਕਮ ਕਰੋ, ਹੁਕਮ ਕਰੋ, ਤੁਸੀਂ ਇੱਥੇ ਢੇਰ ਲਾ ਦਈਏ ਹੁਣੇ, ਇੱਥੇ ਹੁਣੇ ਦੱਸ ਦਈਏ ਅਸੀਂ ਕੌਣ ਹੁੰਦੇ ਹਾਂ। ਤੇ ਮਹਾਰਾਜ ਕਹਿੰਦੇ ਤਾਕਤ ਕਿੱਥੋਂ ਆਈ? ਕਹਿੰਦੇ ਜੀ ਤੁਹਾਡੇ ਤੋਂ। ਕਹਿੰਦੇ ਜਦ ਸਮੁੰਦਰ ਸ਼ਾਂਤ ਬੈਠਾ ਹੈ ਤੇ ਇੱਕ ਬੂੰਦ ਦੀ ਕੀ ਔਕਾਤ ਕੀ ਉਛਾਲਾ ਮਾਰੇ। ਕਹਿੰਦੇ ਟਿਕ ਜਾਓ, ਇਹਦੇ ਵਿੱਚ ਹੁਕਮ ਹੈ ਕਰਤਾਰ ਦਾ, ਟਿਕ ਜਾਓ। ਨਹੀਂ, ਕਮਾਲ ਹੈ। 3 ਦਿਨ ਇਹ ਸ਼ਹਾਦਤਾਂ ਦੇਖੋ, ਕਿੰਨੇ ਕੁ ਦਿਨ ਸਤਿਗੁਰੂ ਨੂੰ ਪਿੰਜਰੇ 'ਚ ਰੱਖਿਆ ਗਿਆ। ਮਤੀ ਦਾਸ ਨੂੰ ਆਰੇ ਤੋਂ ਚੀਰਿਆ ਗਿਆ ਤੇ ਉਹੀ ਦੇਖੋ, ਭਾਵੇਂ ਜੇ ਡੁੱਬਦੇ ਬੇੜੇ ਬਚਾਉਣ ਵਾਲਾ ਤੇ ਕਹਿੰਦਾ ਜਪ ਬਾਣੀ ਪੜ੍ਹ ਕੇ ਮੈਂ ਬਚ ਜਾਵਾਂਗਾ, ਤੇ ਕਹਿੰਦਾ ਮੈਂ ਮਰਨ ਵੀ ਲੱਗਾ। ਕਬੀਰ ਸਾਹਿਬ ਦਾ ਬਚਨ ਬਾਣੀ ਦਾ ਤੇ ਸੱਚ ਕਰ ਰਿਹਾ ਮਤੀ ਦਾਸ ਚਾਂਦਨੀ ਚੌਂਕ ਦੀ, ਇਸ ਚੌਂਕ ਤੇ ਖੜੇ ਹੋ ਕੇ ਧਰਤੀ ਤੇ। ਕਬੀਰ ਸਾਹਿਬ ਕਹਿੰਦੇ ਕਰਵਟ ਭਲਾ ਨਾ ਕਰਵਟ ਤੇਰੀ ਲਾਗ ਕਰੇ, ਸੁਣ ਬੇਨਤੀ ਮੇਰੀ ਹਉ ਵਾਰੀ, ਮੁਖ ਫੇਰ ਪਿਆਰੇ ਕਰਵਟ ਦੇ ਮੁਕੋ। ਕਹਿੰਦੇ ਆਖਰੀ ਇੱਛਾ, ਕਹਿੰਦੇ ਗੁਰੂ ਵੱਲ ਮੁਖ ਕਰ ਦੋ ਬਸ, ਗੁਰੂ ਮੂੰਹ ਨਾ ਫੇਰੇ, ਭਾਵੇਂ ਆਰਾ ਚੱਲ ਜੇ, ਕਰਵਟ ਭਲਾ ਨਾ ਕਰਵਟ ਤੇਰੀ। ਕਰਵਟ ਕਹਿੰਦੇ ਆਰਾ ਚੰਗਾ ਹੈ, ਕਹਿੰਦੇ ਮੂੰਹ ਨਾ ਫੇਰੇ ਗੁਰੂ ਬਸ। ਕਹਿੰਦੇ ਆਰਾ, ਕਹਿੰਦੇ ਹਾਂ ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ ਨਾ ਜਾਏ। ਕਹਿੰਦੇ ਬਸ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਿਵਨ ਕੀ, ਵਾਂਛਿਤ ਸਿੱਧ ਕੋ ਬਿਦ ਮਿਲਾਇਓ। ਕਹਿੰਦੇ ਗੁਰੂ ਦੇ ਦੀਦਾਰ ਕਿਉਂ ਗਇਓ ਦੁੱਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਵੱਡਾ ਸੁਖ ਹੈ। ਤੇ ਆਰਾ ਸਿਰ ਤੇ ਪਿਆ, ਜਪਜੀ ਸਾਹਿਬ ਸ਼ੁਰੂ ਕੀਤਾ ਮਤੀ ਦਾਸ ਨੇ। ਤਨ 2 ਫਾੜ ਹੋ ਗਿਆ, 2 ਤਨਾਂ ਦੇ ਟੁਕੜਿਆਂ, ਤਨ ਦੇ ਦੋਨਾਂ ਟੁਕੜਿਆਂ ਵਿੱਚੋਂ ਜਪਜੀ ਨਿਕਲਦੀ। ਆ ਹੈ ਗੁਰੂ ਕੇ ਸਿੱਖ ਦੀ ਬਾਤ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਸਤੀ ਦਾਸ ਨੂੰ ਰੂਹ 'ਚ ਬੰਨ ਕੇ ਸਾੜਿਆ ਗਿਆ। ਭਾਈ ਮਨੀ ਸਿੰਘ ਜੀ ਦੇ ਸਾਰੇ ਭਰਾ ਸ਼ਹੀਦ ਹੋਏ ਨੇ, ਇੱਕ ਨੂੰ ਛੱਡ ਕੇ। ਭਾਈ ਅਮਰਚੰਦ ਜਿਹੜਾ ਛੋਟੀ ਉਮਰ ਦੇ ਵਿੱਚ ਹੀ ਚਲਾਣਾ ਕਰ ਗਿਆ, ਬਾਕੀ ਸਾਰੇ 11 ਭਰਾ ਸ਼ਹੀਦ ਹੋਏ ਨੇ। ਭਾਈ ਦਇਆਲਾ ਭਾਈ ਮਨੀ ਸਿੰਘ ਜੀ ਦਾ ਹੀ ਭਰਾਤਾ ਨੇ, ਬਜ਼ੁਰਗ ਉਮਰ ਹੈ। ਦੇਗ ਦੇ ਵਿੱਚ ਉਬਾਲਿਆ ਗਿਆ, ਚਮੜੀ ਹੱਡੀਆਂ ਵੱਖ ਕਰਤੀਆਂ। ਇਹ ਤਸ਼ੱਦਦਾਂ, ਦੇਗ ਢੱਕ ਦਿੱਤੀ ਗਈ ਸੀ, ਭਾਵੇਂ ਅਸੀਂ ਤਸਵੀਰਾਂ ਦੇਖਦੇ ਹਾਂ, ਦੇਗ ਖੁੱਲੀ ਉਤੋਂ ਢੱਕਤਾ, ਉਬਾਲਤਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਨੂੰ ਕਿਹਾ ਕਿ ਹੁਣ ਦੱਸੋ। ਮਹਾਰਾਜ ਕਹਿੰਦੇ ਹੁਣ ਕੀ? ਕਹਿੰਦੇ ਹੁਣੇ ਵੀ ਨਹੀਂ ਪਤਾ ਲੱਗਿਆ। ਕਹਿੰਦੇ ਕੀ? ਕਹਿੰਦੇ ਹੁਣੇ ਵੀ ਕਰਾਮਾਤ ਦਿਖਾ ਦਿਓ ਜਾਂ ਕਲਮਾ ਪੜ੍ਹ ਲਓ, ਬਚ ਜਾਓਗੇ। ਮਹਾਰਾਜ ਕਹਿੰਦੇ ਜੇ ਕਰਾਮਾਤ ਦਿਖਾਈ ਤੇ ਬਾਹਰੋਂ ਡੋਲ ਜਾਾਂਗੇ, ਜੇ ਕਲਮਾ ਪੜ੍ਹ ਲਿਆ, ਇਨ ਕਬੂਲ ਕਰ ਲਿਆ, ਫਿਰ ਆਤਮਾ ਡੋਲ ਜਾਏਗੀ। ਕਹਿੰਦੇ ਫਿਰ ਕਤਲ? ਕਹਿੰਦੇ ਬਸ ਸੱਚ ਇਹ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਹੁਣ ਬਾਣੀ ਦੇਖੀ, ਪਹਿਲਾ ਸ਼ਬਦ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਇਹ ਨਿਸਭਾਗੋ। ਜੇ ਗੁਰੂ ਕੇ ਸਿੱਖੋ, ਸਿੱਖੀ ਕਮਾਣੀ ਹੈ ਤੇ ਪਹਿਲੀ ਆਪਣੀ ਸੰਗਤ ਬਚਾਓ, ਆਪਣੀ ਸੰਗਤ ਚੰਗੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਾਮ ਕ੍ਰੋਧ ਸੰਗਤ ਦੁਰਜਨ ਕੀ, ਦੁਰਜਨ ਦੀ ਸੰਗਤ 'ਚ ਬੈਠੋਗੇ, ਮਾੜਿਆਂ ਦੀ ਸੰਗਤ 'ਚ ਕਾਮ ਕ੍ਰੋਧ ਪੈਦਾ ਹੋਏਗਾ। ਸਤ ਸੰਗਤ ਵਿੱਚ ਬੈਠੋਗੇ, ਕਾਮ ਕ੍ਰੋਧ ਪਤਾ ਹੀ ਨਹੀਂ ਕਿੱਥੇ ਚਲਾ ਜਾਏਗਾ।
ਕਾਮ ਭੱਜ ਜਾਏਗਾ, ਰਮਿਆ ਹੋਇਆ ਰਾਮ ਹਿਰਦੇ 'ਚ ਵਸ ਜਾਏਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਅਗਲਾ ਦੇਖੋ, ਜਿੰਨੇ ਮਰਜ਼ੀ ਸ਼ਬਦ ਲੈ ਲਈਏ, ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰੇ ਸ਼ਬਦਾਂ ਦਾ ਨਿਚੋੜ ਜੈਜਾਵੰਤੀ ਦੇ 4 ਸ਼ਬਦ ਨੇ, ਤੇ ਉਹ ਜਿਹੜਾ ਇੱਕ ਸ਼ਬਦ ਲੈ ਲਈਏ ਆਖਰੀ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬੀਤ ਜਹਿ, ਜਪੋ ਜਪੋ ਬੀਤ ਜਹਿ, ਬੀਤ ਜਹਿ ਜਨਮ ਅਕਾਜ ਰੇ। ਕਹਿੰਦੇ ਤੇਰਾ ਸਾਰਾ ਜੀਵਨ ਕਿਥੇ ਅਕਾਜ ਹੀ ਨਾ, ਬਿਨਾ ਚੰਗੇ ਕਾਜ ਤੋਂ ਹੀ ਨਾ ਨਿਕਲ ਜਾਏ। ਨਿਸ ਦਿਨ ਸੁਣ ਕੇ ਪੁਰਾਣ ਸਮਝਿਓ ਨਾ ਰੇ ਅਜਾਨ, ਕਾਲ ਤੋਹੇ ਪਹੁੰਚਿਓ ਆਨ ਕਹਾਂ ਜਹਿ ਭਾਜ ਰੇ। ਕਿੱਥੇ ਭੱਜੇਗਾ, ਕਿੱਥੇ ਭੱਜੇਗਾ? ਅਹੀ ਤੇ ਕਿਆ ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਿਓ ਅਬ ਕਿਉਂ। ਕਿ ਜਿਹੜਾ ਰੋਜ਼ ਬਾਣੀ ਪੜ੍ਹ ਰਿਹਾ ਉਹ ਗੁਰੂ ਦਾ ਸਿੱਖ ਹੈ, ਹਾਂ ਮੁਬਾਰਕ ਹੈ ਬਾਣੀ ਪੜ੍ਹਨੀ। ਜਿਹੜਾ ਗੁਰਦੁਆਰੇ ਆ ਰਿਹਾ ਉਹ ਗੁਰੂ ਦਾ ਸਿੱਖ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੁਬਾਰਕ ਹੈ, ਪਰ ਜਿੰਨਾ ਚਿਰ ਤੱਕ ਸੁੱਖ ਤੇ ਦੁੱਖ ਮਨ ਨੂੰ ਲੱਗ ਰਹੇ ਨੇ, ਅਜੇ ਸਿੱਖੀ ਦੀ ਪਹਿਲੀ ਕਲਾਸ ਵੀ ਨਹੀਂ ਹੋਈ, ਪਹਿਲਾ ਕਦਮ ਵੀ ਨਹੀਂ ਹੋਇਆ। ਸੁਖ ਦੁੱਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹਿੰਦੇ ਬੰਦਗੀ ਤੇ ਉਹ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ। ਜਿਸ ਦਿਨ ਦੁੱਖ ਦੀ ਗੱਲ ਸੁਣੀਏ ਤੇ ਸਾਰੀ ਰਾਤ ਨੀਂਦ ਨਹੀਂ ਆਉਂਦੀ। ਹਾਂ ਜੇ ਉਸਤਤ ਵੀ ਸੁਣ ਲਈਏ ਨਾ, ਬਹਿ ਜਾ ਵੀ ਹੋ ਜਾਏ, ਤੂਤੀ ਵੀ ਬੋਲਣ ਲੱਗ ਜੇ, ਉਸ ਦਿਨ ਵੀ ਨੀਂਦ ਨਹੀਂ ਆਉਂਦੀ ਉਸਤਤ ਸੁਣ ਕੇ। ਮਨ ਉਸ ਦਿਨ ਵੀ 7ਵੇਂ ਅਸਮਾਨ ਚੜ ਜਾਂਦਾ। ਫਿਰ ਅਹੰਕਾਰ 'ਚ ਦੋਨੋਂ ਚੀਜ਼ਾਂ ਮਹਾਰਾਜ ਕਹਿੰਦੇ, ਦੁੱਖ ਵੀ ਮਨ ਨੂੰ ਨਹੀਂ ਸਪਰਸ਼ ਕਰੇ, ਹੋਏਗਾ ਸਭ ਕੁਝ ਹੈ, ਬਾਹਰੋਂ ਸਭ ਕੁਝ ਵਰਤ ਰਿਹਾ। 3 ਸਿੱਖਾਂ ਨੂੰ ਸਾਹਮਣੇ ਸ਼ਹੀਦ ਕੀਤਾ ਗਿਆ। ਰੋਜ਼ ਇਹ ਸਤਿਗੁਰੂ ਜੀ ਦ੍ਰਿੜ ਕਰਾ ਰਹੇ ਨੇ, ਅਗਲੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨਾ, ਪਰ ਮੱਥੇ ਤੇ ਕੋਈ ਵੱਟ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ। ਮਿੱਟੀ ਤੇ ਕੰਚਨ ਮੰਨਣ ਵਾਲਾ ਕੌਣ ਹੈ? ਕੌਣ ਹੈ? ਉਸਤਤ ਨਿੰਦਿਆ ਨਾਹਿਨ ਜੇ ਕੰਚਨ ਲੋ ਸਮਾਨ। ਕਿਸੇ ਨੇ ਉਸਤਤ ਕਰਤੀ, ਕਿਸੇ ਨੇ ਫੂਕ ਛਕਾਤੀ, ਇਹ ਨਾ ਕਿ ਫੁੱਲ ਜਾਏ, ਨਹੀਂ, ਉਸਤਤ ਗੁਰੂ ਤੁਹਾਡੀ ਹੈ, ਮੇਰੀ ਕਾਹਦੀ ਹੈ। ਤੇ ਕਿਸੇ ਨੇ ਨਿੰਦਾ ਕਰਤੀ, ਸਾਰੀ ਰਾਤ ਕਚੀਚੀਆਂ ਵੱਢਦਾ ਰਿਹਾ, ਸੁੱਤਾ ਨਹੀਂ, ਕੱਲ ਦੱਸੂਗਾ ਉਹਨੂੰ, ਮਿਲ ਜਾਏ ਮੈਨੂੰ। ਮਹਾਰਾਜ ਕਹਿੰਦੇ ਇਹ ਥੋੜੀ ਹੈ ਸਿੱਖੀ। ਸਿੱਖੀ ਤੇ ਇਹ ਹੈ ਕਿ ਉਸਤਤ ਨਿੰਦਾ ਤੋਂ ਨਿਰਲੇਪ ਹੋ ਜਾਏ। ਉਸਤਤ ਨਿੰਦਾ ਨਾਹਿਨ ਜੇ ਕੰਚਨ ਲੋ ਸਮਾਨ। ਉਸਤਤ ਤੇ ਨਿੰਦਾ ਤੋਂ ਨਿਰਲੇਪ ਹੋਣਾ, ਕੰਚਨ ਸੋਨਾ ਤੇ ਮਿੱਟੀ ਇੱਕ ਕਰਕੇ ਮੰਨਣਾ, ਕਿੱਡੀ ਵੱਡੀ ਖੇਡ ਹੈ। ਭਲਿਓ ਬਾਹਰੋਂ ਪਾਉਣਾ ਸੋਨਾ ਇੱਕ ਗੱਲ ਹੈ, ਪਰ ਅੰਦਰੋਂ ਸੋਨਾ ਤੇ ਮਿੱਟੀ ਇੱਕ ਮੰਨ ਲੈਣਾ। ਉਸਤਤ ਨਿੰਦਿਆ ਨਾਹਿਨ ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਤੇ ਫਿਰ ਅਗਲਾ ਬਚਨ, ਖੁਸ਼ੀ ਦੀ ਖਬਰ ਮਿਲੀ ਤੇ ਲੁੱਡੀਆਂ ਪਾਈਆਂ, ਦੁੱਖ ਦੀ ਮਿਲੀ ਤੇ ਮਾਯੂਸ ਨਹੀਂ। ਹਰਕ ਸੋਗ ਜਾਕੈ ਨਹੀਂ, ਬੈਰੀ ਮੀਤ ਸਮਾਨ। ਨਹੀਂ ਨਹੀਂ, ਇਹ ਮੇਰੇ ਮਿੱਤਰ ਨੇ ਤੇ ਉਹ ਮੇਰੇ ਦੁਸ਼ਮਣ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਦੁਸ਼ਮਣ ਜਿਸ ਦਿਨ ਹੋਣਗੇ ਉਸ ਦਿਨ ਤੇਰਾ ਮਨ ਨਹੀਂ ਲੱਗਣਾ ਬੰਦਗੀ 'ਚ। ਤੇ ਸਾਰੀ ਉਮਰ ਦੁਸ਼ਮਣੀ ਬਣਾਈ ਹੈ, ਦੁਸ਼ਮਣੀ ਕੀਤੀ ਹੈ। ਫਿਰ ਗੁਰੂ ਅਰਜਨ ਸਾਹਿਬ ਦਾ ਬਚਨ ਸੁਣ ਲਿਓ, ਕਹਿੰਦੇ ਜੇ ਮਨ ਦੇ ਵਿੱਚ ਹਜੇ ਦੁਸ਼ਮਣ ਮੀਤ ਨੇ, ਫਿਰ ਮਨ ਟਿਕੇਗਾ ਨਹੀਂ। ਫਿਰ ਮਨ ਆਹੀ ਤੇ ਬਾਬਾ ਸ਼ੇਖ ਫਰੀਦ ਕਹਿੰਦੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ। ਆਹੀ ਤੇ ਕਹਿੰਦੇ ਫਰੀਦਾ ਜੋ ਤੈ ਮਾਰਨ ਮੁਕੀਆਂ, ਤਿਨਾ ਨਾ ਮਾਰੈ ਘੁੰਮ। ਦੁਸ਼ਮਣਾਂ ਨੂੰ ਵੀ ਭਲਾ ਕਰੋ, ਜਿਹੜਾ ਮਾੜਾ ਬੋਲਦੇ ਉਹਨਾਂ ਲਈ ਵੀ ਭਲਾ ਅਰਦਾਸ ਕਰੋ ਕਿ ਰੱਬ ਭਲਾ ਕਰ। ਕਿਉਂ? ਜਿਹੜਾ ਬੁਰਾ ਕਰਨ ਵਾਲੇ ਨੇ ਇਹ ਕੋਈ ਮੇਰਾ ਬੁਰਾ ਨਹੀਂ ਕਰ ਸਕਦੇ, ਇਹ ਤੇ ਸਿਰਫ ਮੇਰੀ ਨਿੰਦਾ ਦੀ ਮੈਲ ਹੀ ਧੋਣ ਆਏ ਨੇ, ਨਿੰਦਾ ਕਰਕੇ ਮੇਰੇ ਜੀਵਨ ਦੇ ਮਾੜੇ ਕਰਮਾਂ ਨੂੰ ਕੱਟਣ ਆਏ ਨੇ। ਇਸ ਕਰਕੇ ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਹੀਂ ਚੱਲ। ਜੇ ਕਹੇ ਨਹੀਂ 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 ਸਾਰੇ ਮਿੱਤਰ ਬਣਾ ਲਈਏ, ਮਹਾਰਾਜ ਕਹਿੰਦੇ ਮਿੱਤਰ ਤਾਂ ਹੋਣਗੇ ਜੇ ਦੁਸ਼ਮਣ ਹੋਣਗੇ। ਦਿਨ ਤਾਂ ਹੈ ਜੇ ਰਾਤ ਹੈ, ਇਸ ਕਰਕੇ ਮਿੱਤਰ ਵੀ ਨਹੀਂ, ਸਭ ਨੂੰ ਬਰਾਬਰ ਦੇਖਣਾ। ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਹੀਂ ਚੱਲ। ਇਸ ਕਰਕੇ ਉਸਤਤ ਨਿੰਦਿਆ ਨਾਹਿਨ ਜੇ, ਇਹਨੂੰ ਮਹਾਰਾਜ ਜੀ ਕਹਿੰਦੇ ਹੈ ਕਿ ਉਸਤਤ ਨਿੰਦਾ ਤੋਂ ਬਚ ਜਾ, ਕੰਚਨ ਲੋ ਸਮਾਨ ਹੋ ਜਾਏਗਾ, ਫਿਰ ਅੰਦਰੋਂ ਵਿਕਾਰਾਂ ਤੋਂ ਮੁਕਤੀ। ਇਸ ਕਰਕੇ ਅੱਗੇ ਕਹਿੰਦੇ ਮਹਾਰਾਜ ਜੀ ਨੇ ਬਚਨ ਕੀਤਾ, ਹਰ ਕ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾ। ਅੱਛਾ, ਜਿਹੜਾ ਸਿਮਰਨ ਕਰਦਾ ਉਹ ਕੌਣ ਹੈ? ਮਹਾਰਾਜ ਕਹਿੰਦੇ ਜਿਹੜਾ ਦਿਨ ਰਾਤ ਵਾਹਿਗੁਰੂ ਨੂੰ ਚੇਤੇ ਰੱਖਦਾ, ਕਹਿੰਦੇ ਭਗਵਾਨ ਕਿੱਥੇ 7ਵੇਂ ਅਸਮਾਨ ਤੇ ਨਹੀਂ, ਕਹਿੰਦੇ ਬਸ ਉਹ ਭਗਵਾਨ ਦੀ ਮੂਰਤ ਹੈ ਜਿਹਦੇ ਹਿਰਦੇ 'ਚ ਸਿਮਰਨ ਆ ਗਿਆ। ਜਿਹੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਇਹ ਜ਼ਿਕਰ ਕੀਤਾ, ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ, ਉਹੀ ਭਗਵਾਨ ਦੀ ਮੂਰਤੀ। ਅੱਛਾ, ਜਿਹਦੇ ਅੰਦਰ ਸਿਮਰਨ ਨਹੀਂ, ਕਹਿੰਦੇ ਫਿਰ ਸੂਅਰ ਤੇ ਕੁੱਤੇ ਨੂੰ ਵੇਖ ਲਿਓ, ਵਾਹਿਗੁਰੂ
ਕਹਿੰਦੇ ਜਿਹੜਾ ਰੱਬ ਦੇ ਸਿਮਰਨ ਤੋਂ ਟੁੱਟ ਗਿਆ, ਕਹਿੰਦੇ ਦੂਰ ਜਾਣ ਦੀ ਲੋੜ ਨਹੀਂ। ਜਿਵੇਂ ਸੂਅਰ ਗੰਦਗੀ 'ਚ ਹੈ ਤੇ ਕੁੱਤਾ ਹਲਕਿਆ ਹੋਇਆ ਮੂੰਹ ਦੀ ਹੱਡੀ ਵੀ ਛੱਡ ਦਿੰਦਾ ਪਰਛਾਵੇਂ ਨੂੰ ਵੇਖ ਕੇ ਕਿ ਮੈਨੂੰ ਉਹ ਚਾਹੀਦਾ, ਜਾਂ ਹੱਡੀ ਚਿੱਥਦਾ, ਕਹਿੰਦੇ ਹੱਡੀ ਤੋਂ ਸਵਾਦ, ਕਹਿੰਦੇ ਕੁੱਤੇ ਨੂੰ ਕੌਣ ਦੱਸੇ, ਹੱਡੀ ਦੇ ਵਿੱਚੋਂ ਕੋਈ ਰਸ ਨਹੀਂ, ਤੂੰ ਤੇ ਆਪਣੇ ਮਸੂੜਿਆਂ ਦੇ ਲਹੂ ਨੂੰ ਪੀ ਜਾ ਰਿਹਾ। ਏਕ ਭਗਤ ਭਗਵਾਨ, ਆ ਸੁਣੋ, ਏਕ ਭਗਤ ਭਗਵਾਨ, ਕਹਿੰਦੇ ਜਿਹਦੇ ਅੰਦਰ ਇਹ ਨਹੀਂ ਹੈ ਨਾ, ਜਿਸ ਹਿਰਦੇ ਵਿੱਚ ਇੱਕ ਵਾਹਿਗੁਰੂ ਦੀ ਭਗਤੀ ਨਹੀਂ ਹੈ, ਜਿਸ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦਾ ਸਿਮਰਨ ਨਹੀਂ ਹੈ, ਏਕ ਭਗਤ ਭਗਵਾਨ, ਜਿਸ ਦੇ ਹਿਰਦੇ, ਹੁਣ ਇੱਕ ਦੀ ਗੱਲ ਕਿੱਥੋਂ ਆਈ, ਇੱਕ ਓੰਕਾਰ ਤੋਂ, ਸਾਹਿਬ ਮੇਰਾ ਏਕੋ ਹੈ ਭਾਈ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ, ਦੁਬਦਾ ਤੇ ਰਹੀ ਨਹੀਂ। ਜਿਹਦੇ ਹਿਰਦੇ ਵਿੱਚ ਨਹੀਂ ਹੈ ਨਾ, ਕਹਿੰਦੇ ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੀਂ ਤਨ। ਜਿਹਦੇ ਹਿਰਦੇ ਵਿੱਚ ਪ੍ਰਭੂ ਦੀ ਭਗਤੀ ਨਹੀਂ, ਤੇ ਜਿਹਦੇ ਹਿਰਦੇ 'ਚ ਭਗਤੀ ਹੋ ਜਾਏ, ਫਿਰ ਮਹਾਰਾਜ ਕਹਿੰਦੇ ਉਹ ਤੇ ਸਮਝੋ ਕਿ ਉਹਦੇ ਵਿੱਚ ਤੇ ਵਾਹਿਗੁਰੂ ਦੇ ਵਿੱਚ ਕੋਈ ਭੇਤ ਨਹੀਂ, ਰੰਚਕ ਭੇਤ ਨਹੀਂ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦੇ ਹੁਣੇ ਵੀ ਸਮਾਂ ਹੈ। ਸੈਯਦ ਮੁਸਲਮਾਨ ਸਮਾਣੇ ਪਿੰਡ ਦਾ ਜਲਾਲੂਦੀਨ, ਮਾਲਵਾ ਰਟਨ ਪੋਥੀਆਂ ਦੇਖੋ, ਸਤਿਗੁਰੂ ਜੀ ਜਿੱਥੋਂ ਜਿੱਥੋਂ ਗਏ, ਭਾਵੇਂ ਕਈਆਂ ਨੇ ਦੋਖੀਆਂ ਨੇ ਜ਼ਹਿਰ ਪਾਤਾ ਖੂਹ 'ਚ, ਜਿੱਥੇ ਸਤਿਗੁਰੂ ਜੀ ਟਿਕੇ ਪਿੰਡਾਂ 'ਚ, ਕਈਆਂ ਨੇ ਕੁਝ ਪਾਤਾ, ਕਈਆਂ ਨੇ ਨਹੀਂ ਟਿਕਣ ਦਿੱਤਾ, ਪਰ ਗੁਰੂ ਸਾਹਿਬ ਨੇ ਸਭ ਦਾ ਹੀ ਭਲਾ ਕੀਤਾ ਹੈ। ਪਰ ਸਮਾਣੇ ਪਿੰਡ ਨਹੀਂ ਗਏ ਬੜੇ ਗੁਰੂ ਸਾਹਿਬ, ਬਾਹਰ ਹੀ ਖੜੇ ਹੋ ਕੇ ਪਾਣੀ ਪੀਂਦੇ ਨੇ। ਮਾਲਵਾ ਰਟਨ ਪੋਥੀ ਦਾ ਕਰਤਾ ਕਹਿੰਦੇ ਕਿਉਂ, ਕਹਿੰਦੇ ਇਹ ਉਹ ਸਮਾਣਾ ਹੈ ਜਿੱਥੋਂ ਜਲਾਦ ਉੱਠਣਗੇ ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਗੇ, ਕੰਨਾਂ ਦੇ ਵਿੱਚ ਚਿਣਨਗੇ। ਇਹ ਉਹ ਸਮਾਣਾ ਹੈ ਜਿੱਥੋਂ ਜਲਾਲੂਦੀਨ ਉੱਠ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹੇਗਾ ਈਨ ਕਬੂਲ ਕਰੋ, ਨਹੀਂ ਤੇ ਮੈਂ ਧੜ ਤੇ ਸੀਸ ਅਲੱਗ ਕਰਨਾ। ਗੁਰੂ ਜਾਣਦਾ, ਗੁਰੂ ਜਾਣਦਾ ਤੇ ਹਰ ਵੇਲੇ ਨਿਕਟ ਹੈ। ਜੇ ਗੁਰੂ ਨੂੰ ਮੱਖਣ ਸ਼ਾਹ ਨੇ ਚੇਤਾ ਕੀਤਾ ਤੇ ਫਿਰ ਸਤਿਗੁਰੂ ਜੀ ਦਾ ਇਹ ਬਚਨ ਚੇਤੇ ਕਰ ਲਿਓ ਕਿ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ। ਜਿੱਥੇ ਕੋਈ ਸਿੱਖ ਕਿਰਤੀ ਕਰਨ ਵਾਲਾ ਆਪਣੀ ਕਿਰਤੀ ਤੇ ਵੀ ਗੁਰੂ ਤੇ ਕੀਰਤੀ ਨੂੰ ਵੀ ਗੁਰੂ ਨੂੰ ਚੇਤੇ ਕਰਦਾ, ਗੁਰੂ ਉੱਥੇ ਵੀ ਉੱਠ ਕੇ ਆਉਂਦਾ। ਜਹ ਜਹ ਕਾਜ ਕਿਰਤ ਸੇਵਕ ਕੀ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ 3 ਸਿੱਖ ਸ਼ਹੀਦ ਹੋਏ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੇ ਕਹਿੰਦਾ ਜੀ ਈਨ, ਕਹਿੰਦੇ ਨਹੀਂ, ਤਿੱਖੀ ਕਰਦਾ, ਤਲਵਾਰ ਦਿਖਾਉਂਦਾ, ਡਰਾਉਂਦਾ। ਮਹਾਰਾਜ ਕਹਿੰਦੇ ਮੈਂ ਵੀ ਤੇਗ ਹਾਂ, ਤੂੰ ਮੈਨੂੰ ਕੀ ਡਰਾਉਂਦਾ, ਮੈਂ ਵੀ ਤੇਗ ਹਾਂ, ਕੱਢ ਲੈ ਤੇਗ ਤੂੰ ਵੀ ਪਰਖ ਲੈ, ਇੱਕ ਨਹੀਂ ਲੱਖਾਂ ਤੇਗਾਂ, ਮੈਨੂੰ ਲਕਵਾ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾਂ। ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਜਦੋਂ ਦੇਖੀ ਆਪਣੇ ਪਿਤਾ ਦੀਆਂ 2 ਤੇਗਾਂ, ਮੀਰੀ ਤੇ ਪੀਰੀ ਗੁਰੂ ਹਰਗੋਬਿੰਦ ਸਾਹਿਬ। ਉਹ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਪਰਖਦਾ ਰਿਹਾ ਤੇਰਾ ਪਿਓ ਤੇਗਾਂ। ਜਹਾਂਗੀਰ ਨੂੰ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗਾਂ ਦੇ ਵਿੱਚ ਹਰਾਇਆ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਪਰਖਦਾ ਰਿਹਾ ਤੇਰਾ ਪਿਓ ਤੇਗਾਂ। ਉਹ ਦੇਖੀ ਆਉਂਦੇ ਜਹਾਨ ਅੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾਂ। ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈਣਗੀਆਂ ਤੇਰੀਆਂ ਖੋ ਤੇਗਾਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਹੋਈ, ਪਰ ਇੱਥੇ ਰੁਕਿਆ ਨਹੀਂ ਕੰਮ। ਭਾਈ ਜੈਤਾ ਜੀਵਨ ਸਿੰਘ ਜੀ ਸੀਸ ਲੈ ਕੇ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕੋਈ ਉੱਥੇ ਸਿੱਖ ਨਹੀਂ ਸੀ, ਕਹਿੰਦੇ ਸਿੱਖ ਅਸਿੱਖ ਦਾ ਪਤਾ ਨਹੀਂ ਲੱਗਿਆ। ਗੁਰੂ ਗੋਬਿੰਦ ਸਿੰਘ ਗੋਬਿੰਦ ਰਾਏ 9 ਸਾਲ ਦੀ ਉਮਰ 'ਚ ਉੱਠਦੇ ਨੇ। ਕਹਿੰਦੇ ਹੈ ਕਿ ਉਸ ਵੇਲੇ ਬੋਲੇ ਗੋਬਿੰਦ ਰਾਏ ਐਸੇ ਬਰਸਤ ਐਸੇ ਗਰਜਤ ਗੈਸ ਜੈਸੇ, ਇਸ ਬਿਦ ਕੋ ਮੈਂ ਪੰਥ ਬਣਾਉਂ। ਕਹਿੰਦੇ ਹੁਣ ਮੈਂ ਸਿੱਖ ਬਣਾਵਾਂਗਾ। ਲੱਖਾਂ ਕਰੋੜਾਂ ਦੀ ਭੀੜ ਦੇ ਵਿੱਚ ਵੀ ਗੁਰਸਨਾ ਕੇ ਕਾਰੇ ਕੁਨਦ ਚਹਿਲ ਨਰ ਕਿ 10 ਲੱਖ ਬਰੋ ਆਇਦ ਬਰੋ ਬੇਖਬਰ, ਕੱਲਾ 10 ਲੱਖਾਂ ਦੇ ਨਾਲ ਭਿੜ ਜਾਏਗਾ। ਤੇ ਉਹੀ ਬਿਦ ਫਿਰ ਚਮਕੌਰ ਦੀ ਗੜੀ ਦੇ ਵਿੱਚ ਸੱਚ ਹੋਈ ਹੈ, ਉਹੀ ਸਾਰਾ ਕੁਝ ਵਰਤਿਆ। ਪਰ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਅੱਜ ਮੋਰਚੇ ਫਤਿਹ ਹੋਏ ਨੇ ਨਾ ਕਿਸਾਨ ਦੇ, ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਦਕ ਤੇ ਸਿਰੜ ਹੈ। ਸਤਿਗੁਰੂ ਜੀ ਭਲੀ ਕਰਨ। ਗੁਰਮੁਖ ਪਿਆਰੇ ਕੀਰਤਨੀਏ ਭਾਈ ਸਾਹਿਬ ਜੀ ਆਪ ਜੀ ਦੇ ਸਨਮੁਖ ਪਹੁੰਚ ਚੁੱਕੇ ਨੇ। ਸਮਾਂ ਸਮਾਪਤੀ ਦਾ, ਮੈਂ 2 ਮਿੰਟ ਵੱਧ ਲੈ ਲਏ, ਮੈਂ ਖਿਮਾ ਦਾ ਜਾਚਕ ਹਾਂ। ਸਾਰਿਆਂ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ। ਸਿੱਖੋ ਆਹੀ ਜਾਗਤ ਗੁਰੂ ਨੇ, ਨਾ ਜਾਓ ਕਿਸੇ ਹੋਰ ਪਾਸੇ, ਕੱਚਿਆਂ ਦੇ ਪਿੱਛੇ ਜਾਓਗੇ ਤੇ ਭਟਕੋਗੇ। ਗੁਰੂ ਗ੍ਰੰਥ ਸਾਹਿਬ ਜਾਗਤ ਗੁਰੂ ਨੇ, ਜਾਗਤ ਜੋਤ ਨੇ। ਕਰੋ ਗੱਲ ਗੁਰੂ ਨਾਲ, ਗੁਰੂ ਸਾਰੇ ਜਵਾਬ ਦੇਗਾ, ਗੁਰੂ ਪੈਜ ਰੱਖੇਗਾ। ਸਤਿਗੁਰੂ ਦੀ ਸੰਗਤ ਦਾ ਸ਼ੁਕਰਾਨਾ। ਪ੍ਰਧਾਨ ਸਾਹਿਬ ਜੀ ਦਾ ਬਹੁਤ ਪਿਆਰ ਕਰਦੇ, ਉਹਨਾਂ ਦਾ ਧੰਨਵਾਦ। ਭਾਈ ਸਾਹਿਬ ਭਾਈ ਹਰਜੀਤ ਸਿੰਘ, ਜਿਨ੍ਹਾਂ ਦੇ ਸਦਕੇ ਆਪ ਸੰਗਤ ਦੇ ਦਰਸ਼ਨ ਹੋਏ। ਗੁਰੂ ਨੇ ਕਿਰਪਾ ਕੀਤੀ, ਗੁਰਮੁਖਾਂ ਨੇ ਕਿਹਾ ਕਿ ਭਾਈ ਸਾਹਿਬ ਨਾ ਕਰਿਓ। ਸਮਾਂ ਫਿਰ ਸਤਿਗੁਰੂ ਜੀ ਨੇ ਬਿਧ ਬਣਾਈ
ਗੁਰਮੁਖ ਪਿਆਰਿਆਂ ਦੇ। ਇਹ ਸਾਰਾ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਸਾਰਿਆਂ ਦੇ ਚਰਨਾਂ 'ਚ ਇਸਤਿਕਬਾਲ ਹੈ। ਮੇਰੀ ਭੁੱਲਾਂ ਗਲਤੀਆਂ ਮੇਰੀ ਝੋਲੀ ਪਾਇਓ। ਫਿਰ ਸਤਿਗੁਰੂ ਨੇ ਕਿਰਪਾ ਕੀਤੀ। ਦਰਸ਼ਨ ਕਰਾਂਗੇ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।